ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਓ ਸਾਰੇ ਬੜੀ ਦੇਰ ਤੋਂ ਰਸਮਾਂ ਨੂੰ ਖਾਲੀ ਲੈ ਕੇ ਹੀ ਬੈਠੇ ਆ। ਪਵਿੱਤਰ ਕਰੀਏ ਰਸਨਾ। ਜਿਹੜਾ ਕੰਮ ਹੈ, ਜਿਹੜੀ ਇੰਦਰੀਆਂ ਸਰੀਰ ਨੂੰ ਦਿੱਤੀਆਂ ਰੱਬ ਨੇ, ਮਹਾਰਾਜ ਜਿਵੇਂ ਫਰਮਾਉਂਦੇ ਨੇ ਬਚਨ, ਅੰਤਰ ਗੁਰ ਆਰਾਧਨਾ ਮਨ ਦੇ ਵਿੱਚ, ਜਿਹਵਾ ਜਪ ਗੁਰ ਨਾਮ, ਜ਼ੁਬਾਨ ਦੇ ਨਾਲ ਨਾਮ ਜਪਣਾ ਹੈ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਸਫਲੀਆਂ ਕਰਨੀਆਂ, ਸਤਿਗੁਰਾਂ ਦੇ ਦਰਸ਼ਨ ਭਾਵਨਾ ਨਾਲ, ਸ਼ਰਧਾ ਨਾਲ ਕਰਨੇ ਆ। ਦਸਾਂ ਗੁਰਾਂ ਦੀ ਜਾਗਦੀ ਜੋਤ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸ਼ਰਵਣੀ ਸੁਣਨਾ ਗੁਰ ਨਾਮ, ਕੰਨਾਂ ਨਾਲ ਨਾਮ ਨੂੰ, ਕਥਾ ਕੀਰਤਨ ਨੂੰ ਸੁਣਨਾ। ਕਈਆਂ ਨੂੰ ਹੁੰਦਾ ਕਿ ਪਤਾ ਨਹੀਂ ਨਾਮ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਆ, ਮੂਲ ਮੰਤਰ ਨਾਮ ਨਹੀਂ ਹੈ। ਪਤਾ ਨਹੀਂ ਕਥਾ ਜਿਹੜੀ ਕੀਰਤਨ ਇਹ ਨਾਮ ਨਾਲੋਂ ਵੱਖਰਾ ਹੈ, ਕਿਉਂਕਿ ਆਪਣੇ ਵਿੱਚ ਚਾਹੇ ਕਿੰਨੇ ਹੀ ਕੋਈ ਵੱਡੇ ਨੇ, ਪਰ ਉਹਦਾ ਅਧਿਆਤਮਕ ਰਸਤੇ 'ਤੇ ਚੱਲਣ ਵਾਲੇ ਨੂੰ ਪਤਾ ਹੈ ਕਿ ਇਹ ਸਾਰਾ ਨਾਮ ਹੀ ਹੈ। ਕਥਾ ਕੀਰਤਨ ਇਹ ਸਭ ਨਾਮ ਹੈ। ਚਾਹੇ ਗੁਰਬਾਣੀ ਦਾ ਪਾਠ ਹੋ ਰਿਹਾ, ਇਹ ਵੀ ਨਾਮ ਹੀ ਹੈ। ਸਤਿਗੁਰੂ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਜੇਤਾ ਕੀਤਾ ਤੇਤਾ ਨਾਮ, ਵਿਣ ਨਾਵੈ ਨਾਹੀ ਕੋ ਥਾਂ। ਨਾਮ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ ਹੈ। ਇਸ ਕਰਕੇ ਇਹ ਸਾਰਾ ਕੁਝ ਨਾਮ ਹੀ ਹੈ। ਜਿਹੜੀ ਚੀਜ਼ ਸੁਣਨ ਦੇ ਨਾਲ ਪਰਮਾਤਮਾ ਵਿੱਚ ਚਿੱਤ ਜੁੜਦਾ ਹੋਵੇ, ਉਹ ਨਾਮ ਹੀ ਹੈ। ਇਸ ਕਰਕੇ ਸਤਿਗੁਰ ਸੇਤੀ ਰਤਿਆ, ਇੰਨਾ ਕੁਝ ਕਰਨ ਦੇ ਨਾਲ ਸਤਿਗੁਰਾਂ ਦੇ ਨਾਲ ਬੰਦਾ ਰਤੇ ਸਹੀ, ਜੇ ਮੁੱਖ ਨਾ ਮੋੜਨ ਜਿਨੀ ਸੰਜਾਤਾ ਸਾਂ। ਮਹਾਰਾਜ ਜੀ ਕਹਿੰਦੇ ਨੇ ਦਰਗਹ ਪਾਈਆ ਥਾਵ, ਦਰਗਾਹ ਦੇ ਵਿੱਚ ਫਿਰ ਸਾਨੂੰ ਜਗ੍ਹਾ ਮਿਲਦੀ ਹੈ। ਪਰ ਇਹ ਗੁਰਬਾਣੀ ਦੇ ਹਰ ਇੱਕ ਸ਼ਬਦ ਵਿੱਚ ਇਹ ਇੱਕ ਅੱਖਰ ਆਇਆ, ਕਿਰਪਾ। ਬਿਨਾਂ ਕਿਰਪਾ ਤੋਂ ਮਨੁੱਖਾਂ ਦੇ ਹੀ ਵੀ ਨਹੀਂ ਮਿਲਦੀ। ਧੰਨ ਭਾਗ ਤੁਹਾਡੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਸਿੱਖ ਗੁਰਚਰਨੀ ਜਾਏ ਪੜ੍ਹਤੇ ਹੋ। ਸਿੱਖਾਂ ਦੇ ਘਰੇ ਜਨਮ ਲੈਣਾ ਸ਼੍ਰੋਮਣੀ ਭਾਗਾਂ ਵਾਲਾ ਦਿੰਦਾ ਹੈ। ਅੰਮ੍ਰਿਤ ਛਕਣਾ ਉਸ ਤੋਂ ਵੀ ਸ਼੍ਰੋਮਣੀ ਹੈ। ਸਿੱਖੀ ਨੂੰ ਸਮਝ ਲੈਣਾ ਉਸ ਤੋਂ ਵੀ ਸ਼੍ਰੋਮਣੀ ਹੈ। ਕਹੋ ਨਾਨਕ ਕਿਰਪਾ ਕਰੇ, ਜਦ ਤੱਕ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਕੁਛ ਨਹੀਂ ਹੁੰਦਾ। ਜਿਸ ਨੂੰ ਇਹ ਵੱਤ ਦੇ ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਕੋਈ ਹੈ ਜੱਗ ਦੇ ਵਿੱਚ ਉੱਤਮ ਪੁਰਸ਼, ਜਿਨ੍ਹਾਂ ਮਹਾਂਪੁਰਖਾਂ ਦੀਆਂ ਆਪਾਂ ਬਰਸੀਆਂ ਮਨਾ ਰਹੇ ਹਾਂ, ਜਨਮ ਦਿਨ ਮਨਾ ਰਹੇ ਹਾਂ, ਜਿਨ੍ਹਾਂ ਦੇ ਪਿੰਡ ਵਿੱਚ ਬੈਠੇ ਹਾਂ, ਜਿਨ੍ਹਾਂ ਦੇ ਅਸਥਾਨ 'ਤੇ ਬੈਠੇ ਹਾਂ, ਇਹ ਜਗ ਮੈਂ ਉੱਤਮ ਕਾਢੀ ਹੈ। ਇਹ ਹਨ ਉਹ ਮਹਾਂਪੁਰਖ। ਸੋ ਇਸ ਕਰਕੇ ਸਰਬੱਤ ਸੰਗਤਾਂ ਨੇ ਜੋ ਵੀ ਸੁਣਿਆ, ਜੇਤਾ ਬੋਲਣ ਤੇਤਾ ਨਾਮ, ਇਹ ਜਿੰਨਾ ਨਾਮ ਹੈ ਸਾਰਾ ਨਾਮ ਹੀ ਨਾਮ ਹੈ।
ਜਿਹੜੀ ਫਤਿਹ ਬੁਲਾਉਣੀ ਹੈ ਇਹ ਵੀ ਨਾਮ ਹੈ। ਨਾਮ ਦੇ ਵਿੱਚ ਜੋੜਨ ਲਈ ਸਤਿਗੁਰਾਂ ਨੇ ਫਤਿਹ ਬਖਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਨਾਮ ਸਰੂਪ, ਨਾਮ ਦੇ ਸਮੁੰਦਰ, ਨਾਮ ਦੇ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ ਸੀਸ, ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਆਪਾਂ ਜਦੋਂ ਕਿਸੇ ਵੀ ਚੀਜ਼ ਵਿੱਚ ਦੇਰ ਤੋਂ ਲੈ ਕੇ ਵਿਚਰਦੇ ਆਉਣੇ, ਹੌਲੀ ਹੌਲੀ ਲਾਗੇ ਰਹਿਣ ਕਰਕੇ ਜਾਂ ਦੇਰ ਤੋਂ ਲੈ ਕੇ ਉਹ ਫਿਰ ਹੌਲੀ ਹੌਲੀ ਮਨ ਦੇ ਅੰਦਰ ਸ਼ਰਧਾ ਜੀ ਘਟ ਜਾਂਦੀ। ਇਨਸਾਨ ਦੇ ਸ਼ਰਧਾ ਕਾਇਮ ਰਹੇ ਇਹਦੇ ਲਈ ਆਪਾਂ ਨੂੰ ਯਤਨ ਕਰਨਾ ਚਾਹੀਦਾ। ਜਿਵੇਂ ਆਪਾਂ ਆਪਣੇ ਘਰ ਨੂੰ ਹਮੇਸ਼ਾ ਕਾਇਮ ਰੱਖਦੇ ਹਾਂ, ਸਮੇਂ ਅਨੁਸਾਰ ਰੰਗ ਰੋਗਨ ਹੁੰਦਾ ਰਹਿਣਾ ਚਾਹੀਦਾ। ਛੱਤ ਦੀ ਮੁਰੰਮਤ, ਘਰ ਦੀ ਸਫਾਈ ਰੋਜ਼ ਕਰਦੇ ਹਾਂ, ਝਾੜੂ ਪੋਚਾ ਹੁੰਦਾ, ਕੱਪੜਿਆਂ ਦੀ ਸਫਾਈ, ਇਸ ਤਰ੍ਹਾਂ ਮਨ ਦੀ ਵੀ ਰੋਜ਼ ਦੀ ਸਫਾਈ ਹੈ। ਮਹਾਂਪੁਰਸ਼ਾਂ ਨੇ ਆਪਣੇ ਜੀਵਨ ਬਤੀਤ ਕੀਤੇ। ਮੈਂ ਬਹੁਤ ਸੰਤਾਂ ਦੀ ਸੰਗਤ ਕੀਤੀ ਨਹੀਂ, ਉਹ ਅਕਾਲ ਪੁਰਖ ਜੀ ਨੇ ਕਰਾਈ ਜਾਂ ਮੇਰੇ ਕਰਮਾਂ 'ਚ ਲਿਖੀ ਹੋਈ ਸੀ। ਠੀਕ ਹੈ, ਬਾਬਾ ਵੀਰ ਸਿੰਘ ਜੀ ਔਰੰਗਾਬਾਦੀ ਮਹਾਂਪੁਰਖ ਸਾਥੀ ਸਾਡੇ ਜਨਮ ਤੋਂ ਪਹਿਲਾਂ ਹੋਏ ਹੈ, ਪਰ 1980 ਤੱਕ ਅਸੀਂ 75 ਤੋਂ ਲੈ ਕੇ ਠੱਟੇ ਟਿੱਬੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਅਤੇ ਸੰਤ ਜਰਨੈਲ ਸੁਣਾ ਨਾਲ ਮਹਾਂਪੁਰਸ਼ਾਂ ਨਾਲ ਆਉਂਦੇ ਰਹੇ। ਉੱਥੇ ਛੋਟੇ ਜਿਹੇ ਮਹਾਂਪੁਰਖ ਦੇ ਰੱਬ ਜੀ ਬਹੁਤ ਮਿੱਠਾ ਬੋਲਦੇ ਸੀ। ਉਹ ਵੈਦਗਿਰੀ ਵੀ ਕਰਦੇ ਸੀ, ਸਾਨੂੰ ਰੱਖਦੇ ਵੀ ਹੁੰਦੇ ਸੀ ਹਫ਼ਤਾ 4-4 ਦਿਨ ਕਈ ਵਾਰੀ। ਇਹ ਮੈਂ ਨਹੀਂ ਸੀ ਜਾਣਦਾ ਕਿਸੇ ਨੂੰ। ਇੱਕ ਮਹਾਂਪੁਰਖ ਦੀ ਸੰਗਤ ਕਰ ਲਓ ਤਾਂ ਉਹ ਕਈਆਂ ਨਾਲ ਮਿਲਾ ਦਿੰਦੇ। ਜਦੋਂ ਟਕਸਾਲ ਵਿੱਚ ਆਏ ਤਾਂ ਇੱਥੇ ਤਾਂ ਸਾਰੇ ਮਹਾਂਪੁਰਖ ਆਉਂਦੇ ਸੀ। ਮੈਨੂੰ ਯਾਦ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਲਈ ਟਿਕਟਾਂ ਇੱਕ ਪੂਰੀ ਬੋਗੀ ਬੁੱਕ ਹੁੰਦੀ ਸੀ ਸਾਡੀ, 2 ਹੋ ਜਾਂਦੀਆਂ। ਟਕਸਾਲ ਦੇ ਸਾਰੇ ਸਿੰਘ ਬੈਠ ਕੇ ਜਾਂਦੇ ਸੀ, ਉਹਨਾਂ ਵਿੱਚ ਮਹਾਂਪੁਰਖ ਵੀ ਜਾਂਦੇ ਸੀ। 1-2 ਯਾਤਰਾਵਾਂ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਮਹਾਂਪੁਰਖ, ਜਾਂ ਪਿੰਡ ਵਾਲੇ ਜੇ ਕਹਿ ਲਓ, ਅਸੀਂ ਠੱਟੇ ਟਿੱਬੇ ਵਾਲੇ ਗਏ ਸੀ। ਉਦੋਂ ਟ੍ਰੇਨ ਕਾਫੀ ਦਿਨ ਲਾ ਦਿੰਦੀ ਸੀ। ਉਦੋਂ ਅਸੀਂ ਨਾਲ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀਟ ਦੇ ਕੋਲ ਬਹਿ ਕੇ ਉਹਨਾਂ ਦੋਨਾਂ ਦੇ ਮੈਂ ਬਚਨ ਸੁਣਦਾ ਰਹਿੰਦਾ ਸੀ। ਇਹਨਾਂ ਨੇ ਆਪਣੇ ਸੁਣਾਏ ਜ਼ਿੰਦਗੀ ਦੇ ਬਚਨ। ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਆਪਣੇ ਸੁਣਾਏ। ਜਿੰਨੀ ਦੇਰ ਉਹ ਬਚਨ ਸੁਣਾਉਂਦੇ ਰਹੇ, ਸੰਤਾਂ ਦੇ ਅੱਖਾਂ 'ਚੋਂ ਉਨੀ ਦੇਰ ਅੱਥਰੂ ਆਉਂਦੇ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ, ਅਸੀਂ ਤਾਂ ਠੱਟੇ ਟਿੱਬੇ ਵਾਲੇ ਕਹਿੰਦੇ ਹਾਂ, ਉਹ ਜਿੰਨੀ ਦੇਰ ਸੁਣਦੇ ਰਹੇ, ਰੋਂਦੇ ਰਹੇ। ਪਟਨਾ ਸਾਹਿਬ ਵੀ ਅਸੀਂ ਇਕੱਠੇ ਰਹੇ, ਉੱਥੇ 20 ਦਿਨ ਦੇ ਲਗਭਗ ਰਹਿੰਦੇ ਸੀ ਜਾ ਕੇ। ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ 'ਚ ਗੁਰਪੁਰਬ 'ਤੇ ਅਸੀਂ ਜਦੋਂ ਗਏ ਰਾਤ ਨੂੰ, ਕਿਉਂਕਿ ਜਿਵੇਂ ਅੱਜ ਗੁਰਪੁਰਬ ਹੈ, ਲੋਕ ਤਾਂ ਅੱਜ ਮਨਾ ਲੈਂਦੇ ਨੇ। ਪਟਨਾ ਸਾਹਿਬ ਅੱਜ ਦੀ ਰਾਤ ਨੂੰ ਮਾਨੋ 1 ਵਜੇ ਮਨਾਉਂਦੇ, ਅਗਲਾ ਦਿਨ ਚੜ੍ਹ ਜਾਂਦਾ ਹੁੰਦਾ। ਰਾਤ ਨੂੰ 12:45 ਕਿਤੇ ਲਾਓ ਅਵਤਾਰ ਪੂਰਾ ਦਾ ਹੋਇਆ। ਉਦੋਂ ਨਵੀਆਂ ਰਫਲਾਂ ਲਈਆਂ ਸੀ, 315 ਬੋਰ। ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਖੁਸ਼ੀ 'ਚ ਫਾਇਰ ਕੀਤਾ ਇੱਕ ਤਾਨ। ਬਾਬਾ ਜੀ ਨੂੰ ਵੀ ਕਿਹਾ ਤੁਸੀਂ ਵੀ ਕਰੋ। ਬਾਬਾ ਜੀ ਹੱਸਣ ਲੱਗੇ,
ਕਹਿੰਦੇ ਕਰਾਉਣਾ, ਫਿਰ ਕਹਿੰਦੇ ਚਲੋ ਅਸੀਂ ਵੀ ਕਰ ਦਿੰਦੇ ਫਿਰ ਇੱਕ। ਫਿਰ 315 ਬੋਰ ਦਾ ਫਾਇਰ ਬਾਬਾ ਜੀ ਨੇ ਤਖ਼ਤ ਸਾਹਿਬ ਤੇ ਬਾਹਰ ਖੜਿਆਂ ਨੇ ਤਾਂ ਨੂੰ ਕਰਕੇ ਮੂੰਹ ਆਪਣੇ ਮੋਢੇ ਨੂੰ ਲਾ ਕੇ ਜਿੱਥੇ ਲਾਉਂਦੇ ਆ ਸਥਾਨ 'ਤੇ ਉਹਨਾਂ ਵੀ ਫਾਇਰ ਕੀਤਾ। ਕਹਿੰਦੇ ਖੁਸ਼ੀ ਵਿੱਚ ਆ ਕੇ ਆਪਾਂ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਂਦੇ ਹਾਂ। ਕਈ ਦਿਨ ਤੱਕ ਅਸੀਂ ਉਹਨਾਂ ਦੀ ਸੰਗਤ ਕਰਦੇ ਰਹੇ। ਅੱਜ ਸਾਲ ਬਹੁਤ ਹੋ ਗਏ ਆ। ਇੰਨੇ ਸਾਲਾਂ ਵਿੱਚ ਬਹੁਤ ਕੁਝ ਭੁੱਲ ਗਿਆ। ਇੱਕ ਤਾਂ ਉਹਦਾ ਧੁੰਦਲਾ ਜਿਹਾ ਅਕਸ ਰਹਿ ਜਾਂਦਾ, ਪਰ ਉਹ ਵੀ ਅਕਸ ਵੀ ਖਤਮ ਹੋ ਗਿਆ। ਸ੍ਰੀ ਮੰਜੀ ਸਾਹਿਬ ਦੀ ਸੇਵਾ, ਦੀਵਾਨ ਹਾਲ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਬਾਰੇ ਉਹਨਾਂ ਜ਼ਿਕਰ ਕੀਤਾ। ਉਦੋਂ ਵੱਡੇ ਮਹਾਂਪੁਰਖਾਂ ਦੀ ਵੀ ਸੁਣਾਈ ਸਾਖੀ। ਇਸੇ ਤਰ੍ਹਾਂ ਬੌਲੀ ਸਾਹਿਬ ਜੋ ਸ੍ਰੀ ਗੋਇੰਦਵਾਲ ਸਾਹਿਬ ਦੀ ਸੇਵਾ ਉਹਨਾਂ ਨੇ ਕਰਵਾਈ ਹੈ, ਪਟਨਾ ਸਾਹਿਬ ਦੀ ਸੇਵਾ ਕਰਵਾਈ ਹੈ, और श्री सुल्तानपुर साहब बेर साहब की सेवा, बेअंत गुरु घर जिन्ने भी होए ने महाराज सच्चे पातशाह ने उन्होंने तो सेवा ली है। पहली बार इत्थे मेरा आना होया, बहुत प्यार नाल असल विच गुरमुखां ने बहुत ही प्यार विच वचन कर दिता कि आना जरूर है। भावें हुण मैं लंबे सफ़र नहीं करता, बहुते 4-4 घंटे सफ़र करने बहुत औखे मेरे लिए। हर सिंह कहते आपां बाहर भी इकट्ठे होए सी, आपां इत्थे भी होना, इत्थे बाबा जी का स्थान है। मैं जो आके पूछा कि ये इतिहासी थान लगता, कहते बाबा वीर सिंह जी नरंगाबादियों का स्थान। इत्थे वो घोड़ा बन्या करते सी अपना, वो बूटा उवें ही खड़ा। बाबा जी के पिंड भी मैं स्थान ते कथा करके आया सी, बाबा वीर सिंह जी दे। उन्हां दा भी हाले तक पंथ ने कुछ जो करना चाहिए सी होया नहीं, इसे करके नुकसान हो रहा। क्योंकि सानू तो कोई खड़ के सुनता ही नहीं भी करना की चाहिए, अपनियां मर्जियां करी जाते सारे जाने। ये गल किसे किसे नूं पता कि पंथ ने ही बाबा जी नूं शहीद किया, गलती नाल भुलेखा खा गए, गोले मारे। उन्होंने कड़ाह प्रशाद बना के कोठा भर रखिया, मिठाइयाँ रखियाँ, बाद में आके सिंह रोंदे भी रहे, फिर की बन सकता। वो एक गलती सी जी पंथक तौर पर हुई सी, ਉਹਦਾ ਨਿਬੇੜਾ करना सी सारा ने। ਜਿਹੜੇ ਸਾਡੇ ਤੋਂ ਪਹਿਲਾਂ जिन्ने भी पंथ ਵਿੱਚ ਵੱਡੇ ਵੱਡੇ ਹੋਏ ਜਥੇਦਾਰ, ਜਥੇਬੰਦੀਆਂ ਵਾਲੇ, ਸੰਪਰਦਾਵਾਂ ਵਾਲੇ, ਪੰਥਕ ਇਕੱਠ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਉਹ ਬਾਬਾ ਵੀਰ ਸਿੰਘ ਜੀ ਤੋਂ ਸਾਰੇ ਮਾफ़ी ਮੰਗਦੇ। ਪੰਥ ਨੇ ਹਲੇ ਤੱਕ ਬਾਬਾ ਵੀਰ ਸਿੰਘ ਜੀ ਤੋਂ ਮਾफ़ी नहीं ਮੰਗੀ। एक ब्रह्म ज्ञानी नूं शहीद कर देना तो फिर माफ़ी ना मंगनी, पंथ इस चीज़ की मार खा रहा। बहुत सारिया गलतियां जिहड़ियां हुंदियां सी उन्हां नूं मनदे नहीं। मैं किसी महापुरुष को जिक्र किया सी, कहते तेरी तो गल ठीक है, चल तू कहना, तू तो आपकी अरदास कर ला कि बाबा जी सानूं माफ़ कर दो। पर कहते मैनूं तो यह नहीं समझ लगती ये पंथ वाले की करते, ये क्यों नहीं माफ़ी मंगते। उस तरह ही तुरे फिरते सारे ये जाके श्री अकाल तख्त साहब से इकट्ठ करन, पश्चाताप करन, अखंड पाठ कराउण भी बाबा जी सातों गलती हो। जे बाबा वीर सिंह जी का अहुदा देखिए, सचखंड बहुत वड्डा अहुदा है।
ਵੈਸੇ ਤਾਂ ਰੱਬ ਕਿਸੇ ਤੋਂ ਸਲਾਹ ਲੈਂਦਾ ਨਹੀਂ ਕਦੇ। ਬੇਵਜ਼ੀਰ ਵੱਡੇ ਧੀਰ ਹੈ ਉਹਦਾ ਕੋਈ ਵਜ਼ੀਰ ਨਹੀਂ ਹੈ। ਦੇਮ ਦੋਮ ਨਾ ਸੇਮ ਏਕ ਸੁਆਹੀ, ਨਾ ਦੂਜਾ ਨਾ ਤੀਜਾ ਹੈ ਨਹੀਂ ਉਹਦਾ ਕੋਈ। ਉਹ ਇਕੱਲਾ ਹੀ ਆਪੇ ਹੀ ਆਪ ਕਰਦਾ ਜੋ ਕਰਦਾ। ਪਰ ਕਲਗੀਧਰ ਮਹਾਰਾਜ ਜੀ ਕਦੇ ਕੋਈ ਪੰਥਕ ਗੱਲ ਕਰਨੀ, ਕੋਈ ਸਲਾਹ ਲੈਣੀ ਆ, ਹੁਣ ਵੀ ਇਹਦੀ ਮੈਂ ਗੱਲ ਕਰਦਾ। ਹੁਣ ਵੀ ਕਲਗੀਧਰ ਮਹਾਰਾਜ ਜੀ ਬਾਬਾ ਵੀਰ ਸਿੰਘ ਦੀ ਸਲਾਹ ਲੈਂਦੇ ਆ ਵੀ ਬਾਬਾ ਜੀ ਆਹ ਕਿਵੇਂ ਕਰੀਏ। ਹੁਣ ਆਪਾਂ ਇੰਨੇ ਵੱਡੇ ਮਹਾਂਪੁਰਖ ਨੇ ਔਰ ਪੂਰਨ ਉੱਚ ਕੋਟੀ ਦੇ ਬ੍ਰਹਮ ਗਿਆਨੀ ਹੋਏ ਆ। ਹੁਣ ਇਹਦੇ ਬਾਰੇ ਕੋਈ ਮੋਢੀ ਬੰਦਾ ਉਹ ਕਰੇ, ਤਕਦਾਓ ਕਰੇ, ਉਦਮ ਕਰੇ, ਫਿਰ ਜਾ ਕੇ ਗੱਲ ਬਣ ਸਕਦੀ। ਮਤਲਬ ਕਹਿੰਦੇ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਲੋਕਾਂ ਨੂੰ ਤਾਂ ਆਪੋ ਆਪਣੀ ਪਈ ਹੈ। ਨੁਕਸਾਨ ਕਿੱਥੋਂ ਸ਼ੁਰੂ ਹੋਇਆ, ਬਿਮਾਰੀ ਲੱਗੀ ਕਿੱਥੋਂ ਹੈ, ਇਹ ਪਤਾ ਨਹੀਂ ਵੀ ਕਿੱਥੋਂ ਪੰਥ ਨੂੰ, ਕੌਮ ਨੂੰ ਢਾਹ ਲੱਗੀ, ਨੁਕਸਾਨ ਕਿੱਥੋਂ ਹੋਇਆ। ਅੱਜ ਬਚਨ ਬਾਬਾ ਜੀ ਨੇ ਸੁਣਾਇਆ। ਪਹਿਲੀ ਵਾਰ ਬਾਬਾ ਜੀ ਪਿੱਛੇ ਬੈਠੇ ਮਿਲੇ, ਕਹਿੰਦੇ ਮੈਂ ਬਾਬਾ ਜੀ ਦਾ ਕੋਈ ਜੀਵਨ ਛਾਪਿਆ, ਕਹਿੰਦੇ ਇੱਕ ਪੁਸਤਕ ਆ ਉਹ ਕਿਤੇ ਗਈ ਹੋਈ ਆ, ਮੈਨੂੰ ਵੀ ਬੜਾ ਮੈਂ ਪੜ੍ਹਦਾ ਬਾਬਾ ਜੀ ਜੀਵਨ। ਮੈਂ ਛੋਟਾ ਮੋਟਾ ਕੋਈ ਬਚਨ ਕੋਈ ਸੁਣਾਓ ਉਹਨਾਂ ਦਾ। ਕਹਿੰਦੇ ਬਈ ਬਾਬਾ ਜੀ ਘਰ ਸਨ ਜਦੋਂ, ਬਾਬਾ ਭਾਗ ਸਿੰਘ ਜੀ ਵੀ ਇਸੇ ਇਲਾਕੇ ਦੇ ਹੋਏ, ਇਸੇ ਪਿੰਡ ਦੇ ਹੋਏ। ਅਤੇ ਚਲੋ ਮਹਾਂਪੁਰਖ ਲੈਣ ਗਏ। ਕਹਿੰਦੇ ਇਹ ਭੁਜੰਗੀ ਸਾਨੂੰ ਇੱਕ ਦੇ ਦਿਓ। ਕਹਿੰਦੇ ਜਿਹੜਾ ਮਰਜ਼ੀ ਲੈ ਲਓ, ਆ ਕਰਤਾਰ ਸਾਨੂੰ ਰਹਿਣ ਦਿਓ। ਕਹਿੰਦੇ ਇਹੀ ਤਾਂ ਸਾਨੂੰ ਚਾਹੀਦਾ, ਕੰਮ ਦਾ ਤਾਂ ਇਹੀ ਆ, ਇਹੀ ਚਾਹੀਦਾ। ਮਾਤਾ ਜ਼ਿਆਦਾ ਮੋਹ ਕਰਨ ਲੱਗ ਪਈ। ਕਹਿੰਦੇ ਨਹੀਂ ਇਹ ਨਹੀਂ ਮੈਂ ਦੇਣਾ, ਮੇਰਾ ਲਾਡਲਾ ਪੁੱਤ ਹੈ, ਇਹ ਮੇਰਾ ਪਿਆਰਾ ਪੁੱਤ ਹੈ। ਕਹਿੰਦੇ ਸੰਤ ਆਉਂਦਿਆਂ ਕਹਿਣ ਲੱਗੇ ਚੰਗਾ ਨਹੀਂ ਭੇਜਦੀ ਮਾਤਾ, ਆਪੇ ਆ ਜਾਊਗਾ ਫਿਰ ਇਹ ਜੇ ਸਾਡਾ ਉਹ ਤਾਂ ਸਾਡੇ ਕੋਲ ਆ ਜਾਊਗਾ। ਅਤੇ ਬਾਬਾ ਜੀ ਬਿਮਾਰ ਹੋ ਗਏ, ਡਾਕਟਰਾਂ ਕੋਲ ਲੈ ਗਏ, ਕਿਤੋਂ ਵੀ ਠੀਕ ਨਾ ਹੋਣ। ਐਕਸਰੇ ਟੈਸਟ ਜੋ ਵੀ ਕਹਿ ਲਓ, ਕਿਸੇ ਚੀਜ਼ ਵਿੱਚ ਕੋਈ ਨੁਕਸ ਨਹੀਂ ਨਿਕਲਿਆ। ਇਹ ਵੀ ਨਹੀਂ ਪਤਾ ਲੱਗਦਾ ਇਹ ਬਿਮਾਰ ਕਿਉਂ ਨੇ। ਕਹਿੰਦੇ ਉਹ ਵੀ ਜਾਣ ਲੱਗੇ ਮਹਾਂਪੁਰਖ ਕਹਿ ਗਏ ਸੀ ਵੀ ਸਾਡਾ ਉਹ ਸਾਡੇ ਕੋਲ ਆ ਜਾਊਗਾ ਆਪੇ। ਫਿਰ ਅਰਦਾਸ ਕੀਤੀ ਬਾਬਾ ਜੀ ਚਰਨਾਂ 'ਚ, ਬਾਬਾ ਜੀ ਇਹ ਤੁਹਾਡਾ ਹੀ ਹੈ ਵੀ ਤੁਸੀਂ ਇਹਨੂੰ ਠੀਕ ਕਰੋ। ਕਹਿੰਦੇ ਬਸ ਅਰਦਾਸ ਕਰਨ ਦੀ ਦੇਰ ਸੀ, ਬਾਬਾ ਜੀ ਦਾ ਬੁਖਾਰ ਠੀਕ ਹੋ ਗਿਆ। 5 ਸਾਲ ਦੀ ਉਮਰ ਸੀ ਉਹ। ਬਾਬਾ ਜੀ ਆਏ, ਫਿਰ ਉਹਨੇ ਆ ਕਰਕੇ ਸਾਰੀ ਸੇਵਾ ਕੀਤੀ ਇਸੇ ਤਰ੍ਹਾਂ ਹੀ। ਕਿਉਂਕਿ ਤੁਸੀਂ ਸਾਰੇ ਜੀਵਨ ਨਹੀਂ ਪੜ੍ਹੇ। ਮੈਂ ਜਦੋਂ ਕਿਸੇ ਚੀਜ਼ ਨੂੰ ਖੋਜਦਾ ਤਾਂ ਸਿਰੇ ਤੱਕ ਹੀ ਖੋਜਦਾ। ਮੈਂ ਜੀਵਨ ਪੜ੍ਹਿਆ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ, ਕਹਿ ਕੇ ਮੈਂ ਚਤਰ ਸਿੰਘ ਜੀਵਨ ਸਿੰਘ ਨੂੰ ਛਪਵਾਇਆ ਵੀ ਕਾਫੀ। ਸਾਰੇ ਕਾਰ ਸੇਵਾ ਵਾਲਿਆਂ ਨੂੰ ਕਿਹਾ ਵੀ ਇਹ ਵੰਡੋ, ਇਹ ਦੇਖੋ ਇਹ ਕੀ ਚੀਜ਼ ਆ। ਕੱਲਾ ਸਤਿਨਾਮ ਵਾਹਿਗੁਰੂ ਠੀਕ ਆ, ਸਤਿਕਾਰਯੋਗ ਆ। ਆਹ ਦੇਖੋ ਬਾਬਾ ਜੀ ਕਿੰਨੇ ਪਾਠ ਕਰਦੇ ਸੀ ਅਕਾਲ ਉਸਤਤ ਦੇ। ਬਾਬਾ ਗੁਰਮੁਖ ਸਿੰਘ ਜੀ 10 ਪਾਠ ਅਕਾਲ ਉਸਤਤ ਦੇ ਰੋਜ਼ ਕਰਦੇ ਸੀ। 10 ਮੈਂ ਕਦੇ ਅਕਾਲ ਉਸਤਤ ਵਾਲੀ ਪੋਥੀ ਸਾਹਮਣੇ ਮੇਰੇ ਆ ਜੇ ਨਾ, ਮੈਂ ਕਹਿੰਦਾ ਰੱਬਾ ਮੈਂ 4-5 ਦਿਨ ਲੱਗ ਜਾਣੇ, ਹਫ਼ਤਾ ਲੱਗ ਜੂ, ਹੌਲੀ ਹੌਲੀ ਕਰੂੰਗਾ ਇੱਕ ਪਾਠ। ਮੈਂ ਕਹਿੰਦਾ ਉਹ ਧੰਨ ਨੇ ਮਹਾਂਪੁਰਸ਼, ਇੱਕ ਤੱਕ ਹੀ 10 ਪਾਠ। ਸੁਖਮਨੀ ਸਾਹਿਬ ਦੇ ਰੋਜ਼ ਦੇ 25-25 ਪਾਠ। ਬਾਬਾ ਜੀ ਨਾਲ ਜਿਹੜਾ ਰਹਿੰਦਾ ਸੀ ਜਾ ਕੇ ਨਾ, ਹੁਣ ਪੰਥ ਦਾ ਇੰਨਾ ਕਿਉਂ ਢਹਿੰਦੀ ਕਲਾ ਜੀ ਹੋ ਰਹੀ ਹੈ, ਥੱਲੇ ਨੂੰ ਜਾ ਰਹੇ, ਬੰਦਗੀ ਤਾਂ ਹੈ ਨਹੀਂ ਕਿਸੇ ਦੀ, ਫਿਕਲਾ ਜਿਹਾ ਕੰਮ ਹੈ ਬਿਲਕੁਲ।
ਬਾਬਾ ਜੀ ਬਾਬਾ ਗੁਰਮੁਖ ਸਿੰਘ ਜੀ ਕਾਰਸੇਵਾਲ ਦਾ ਜਿਹੜਾ ਵੀ ਕੋਈ ਗਿਆ, ਬਾਬਾ ਜੀ ਨੇ ਕਹਿਣਾ ਸਾਊ ਸੇਵਾ ਵੀ ਕਰਨੀ ਆ ਅਤੇ ਸਾਡੇ ਨਾਲ ਰਹਿਣਾ। 60 ਪਾਠ ਜਪਜੀ ਸਾਹਿਬ ਦੇ ਕਰਨੇ ਪੈਣੇ ਆ, 60 ਹਰ ਰੋਜ਼, ਤਾਂ ਮੇਰੇ ਨਾਲ ਰਹਿ ਸਕਦਾ, ਨਹੀਂ ਤਾਂ ਆਪਣੇ ਘਰ ਜਾ ਆਰਾਮ ਨਾਲ। ਜਿਹੜੇ ਪੁਰਾਣਾ ਤੁਹਾਨੂੰ ਆਉਣਾ ਪੈਣਾ ਵਾਪਸ, ਹੋਰ ਖਾ ਲਓ, ਛੋਲੇ ਪੂੜੀਆਂ ਖਾ ਲਓ, ਚਾਹੇ ਕੁਝ ਹੋਰ ਖਾਣਾ ਹੋਰ ਖਾ ਲਓ। ਇਹ ਪਾਠ ਤੋਂ ਡਰਦੇ ਡਰਦੇ ਜਿੰਨਾ ਤੁਸੀਂ ਪਿੱਛੇ ਨੂੰ ਭੱਜਦੇ ਹੋ ਨਾ ਪਾਠਾਂ ਤੋਂ, ਜਦੋਂ ਦੇਖੋਗੇ ਨਾ ਹੁਣ ਬੁਰੀ ਹਾਲਤ ਹੋ ਗਈ ਆ, ਫਿਰ ਅਖੀਰ ਪੋਥੀਆਂ ਲੈਣੀਆਂ ਹੀ ਪੈਣੀ ਤੁਹਾਨੂੰ। ਕਿਉਂਕਿ ਮੈਂ ਦੇਖਿਆ ਮਹਾਂਪੁਰਖ, ਮੈਨੂੰ ਕੋਈ ਬੰਦਾ ਮਿਲਿਆ ਉੱਥੇ ਬਾਬਾ ਬਸਤਾ ਸਿੰਘ ਦੇ ਸਥਾਨ 'ਤੇ ਤਰਨਤਾਰਨ ਸਾਹਿਬ ਤੋਂ ਪਰਲੇ ਪਾਸੇ, ਪੁਰਾਣਾ ਬਜ਼ੁਰਗ ਸਿੱਖ, ਉਹ ਕਹਿੰਦਾ ਮੈਂ ਵੀ ਦਰਸ਼ਨ ਕੀਤੇ ਆ ਬਾਬਾ ਜੀ ਦੇ। ਮੈਂ ਉਹ ਸਥਾਨ ਦੇਖਣ ਗਿਆ ਜਿੱਥੋਂ ਹੰਸਲੀ ਸਾਹਿਬ, ਉਹ ਅੰਗਰੇਜ਼ਾਂ ਵੇਲੇ 1800 ਪਤਾ ਨਹੀਂ ਕਹਿੰਦੇ 82 'ਚ ਉੱਥੋਂ ਹੰਸਲੀ ਕੱਢੀ ਸੀ ਤਰਨਤਾਰਨ ਵਾਲੇ ਸਰੋਵਰ ਨੂੰ, ਉੱਥੇ ਲਿਖ ਕੇ ਅੰਗਰੇਜ਼ੀ 'ਚ ਵੀ ਲਾਇਆ ਹੋਇਆ। ਬਾਬਾ ਜੀ ਵੇਲੇ ਉੱਥੇ ਉਦਘਾਟਨ ਵੀ ਹੋਇਆ। ਪਿੰਡ ਵਾਲੇ ਉੱਥੇ ਜਗ੍ਹਾ ਨਹੀਂ ਸੀ ਦਿੰਦੇ, ਫਿਰ ਉਹ ਵੀ ਕੌਤਕ ਵਰਤੇ ਸੀ ਕਈ, ਉਹ ਵੀ ਉੱਤੋਂ ਡੰਡਾ ਖੜਕਿਆ ਰੱਬ ਦਾ, ਫਿਰ ਜਾ ਕੇ ਠੀਕ ਹੋਏ ਸੀ ਉਹ ਲੋਕ। ਉਸ ਵਕਤ ਫਿਰ ਬਾਬਾ ਜੀ ਨੇ ਉਸ ਇਲਾਕੇ ਦੇ ਉੱਤੇ ਕਿਰਪਾ ਕੀਤੀ ਹੈ। ਉੱਥੇ ਬਜ਼ੁਰਗ ਸੀ ਇੱਕ, ਕਹਿੰਦਾ ਬਾਬਾ ਜੀ ਲੇਖਕ ਨੇ ਜਾਣ ਕੇ 10 ਪਾਠ ਲਿਖੇ ਹੈ, ਜਾਣ ਕੇ ਹੀ ਉਹਨਾਂ ਨੇ 10 ਸੁਖਮਨੀ ਸਾਹਿਬ ਲਿਖੇ ਹੈ, ਵੀ ਫਿਰ ਅੱਤ ਕਥਨੀ ਹੋ ਜੂਗੀ। ਮੈਂ ਕੀ ਗੱਲ? ਕਹਿੰਦਾ ਉਹ ਤਾਂ ਕਈ ਵਾਰੀ ਬਾਬਾ ਗੁਰਮੁਖ ਸਿੰਘ ਹੋਣੀ ਤਾਂ ਸੌਣਾ ਇਹਨਾਂ ਕੀ ਹੈ, ਘੰਟਾ ਕੁ ਸੌਂਦੇ ਸੀ ਮਸਾਂ, ਤੜਕੇ 1 ਵਜੇ ਤੇ ਝਾੜੂ ਫੜ ਲੈਂਦੇ ਸੀ। ਉਹ ਮੁਕਤਸਰ ਸਾਹਿਬ ਦੀ ਸਾਰੀ ਪਰਿਕਰਮਾ ਆਪ ਸਾਫ਼ ਕਰਦੇ ਝਾੜੂ ਨਾਲ। ਪਹਿਲੀ ਸੇਵਾ ਬਾਬਾ ਜੀ ਨੇ ਸੰਤੋਖਸਰ ਸਾਹਿਬ ਦੀ ਕੀਤੀ ਸੀ। ਲੋਕਾਂ ਨੇ ਸਾਡੇ ਲੋਕ ਸੋਚਦੇ ਨਹੀਂ ਸੀ ਗੰਦ ਕਿੱਥੇ ਪਾ ਰਹੇ, ਉਹ ਸਰੋਵਰ ਵਿੱਚ ਸ਼ਹਿਰ ਦੀ ਗੰਦਗੀ ਸਿੱਟੀ ਜਾਂਦੇ ਸੀ ਲੋਕ, ਸਿੱਟਦੇ। ਜਦੋਂ ਸਰੋਵਰ ਗੰਦਗੀ ਨਾਲ ਭਰ ਗਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਿਊਨਿਸਪਲ ਕਮੇਟੀ ਨੇ, ਉਦੋਂ ਮਿਊਨਿਸਪਲ ਕਮੇਟੀਆਂ ਹੁੰਦੀਆਂ ਸੀ, ਵਿਚਾਰ ਕੀਤੀ ਵੀ ਇੰਨਾ ਕੁ ਤਾਂ ਹੁਣ ਰਹਿੰਦਾ, ਇਹਨੂੰ ਵੀ ਭਰ ਦਿਓ, ਬੰਦ ਕਰੋ ਪਰੇ। ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਸੀਗੇ, ਬਾਬਾ ਗੁਰਮੁਖ ਸਿੰਘ ਜੀ ਕਾਰਸੇਵਾ ਵਾਲੇ ਮਹਾਂਪੁਰਖ ਉੱਥੇ ਬਖਸ਼ਿਸ਼ਾਂ ਲੈ ਕੇ, ਬਦੋਸ਼ੀ ਵਾਲੇ ਮਹਾਂਪੁਰਸ਼ਾਂ ਤੋਂ ਬਖਸ਼ਿਸ਼ ਲੈ ਕੇ ਉੱਥੇ ਗਏ ਹੋਏ ਸੀ। ਹੋਰ ਵੀ ਕਈ ਮਹਾਂਪੁਰਖ ਸੀਗੇ ਨਾਲ। ਬਾਬਾ ਜੀ ਨੂੰ ਸ਼ਹਿਰ ਦੇ ਇੱਕ ਬੰਦੇ ਨੇ ਦੱਸਿਆ ਵੀ ਕੱਲ੍ਹ ਨੂੰ ਮਤਾ ਪਾਸ ਹੋ ਜਾਣਾ ਅਤੇ ਸਰੋਵਰ ਭਰ ਦੇਣਾ। ਬਾਬਾ ਜੀ ਕਹਿੰਦੇ ਇਹ ਨਹੀਂ ਹੋ ਸਕਦਾ। ਸਵੇਰੇ ਹੀ ਹੁਕਮ ਕਰਤਾ ਕਿ ਤੜਕੇ ਹੀ ਸਾਰੀ ਸੰਗਤ ਆਪਣੀਆਂ ਟੋਕਰੀਆਂ ਗੈਂਤੀਆਂ ਕਈਆਂ ਲੈ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਥੇ ਪਹੁੰਚ ਜਾਓ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਾਰੇ ਅੰਮ੍ਰਿਤਸਰ ਦੀ ਸੰਗਤ ਉੱਥੇ। ਜਦ ਕਿ ਮਿਊਨਿਸਪਲ ਕਮੇਟੀ ਵਾਲੇ 9-10 ਵਜੇ ਨੂੰ ਆਏ, ਅੱਧਾ ਸਰੋਵਰ ਤੇ ਖਾਲੀ ਵੀ ਕਰਤਾ ਸੰਗਤ ਨੇ। ਸਾਰਾ ਸਰੋਵਰ ਖਾਲੀ ਕਰਕੇ ਨਵੇਂ ਸਿਰੇ ਤੋਂ ਕਾਰ ਸੇਵਾ ਬਾਬਾ ਜੀ ਨੇ ਉਸ ਸਰੋਵਰ ਦੀ ਕਰਾਈ। ਜਦ ਅੱਜ ਵੀ ਅਸੀਂ ਵਿਚਾਰਦੇ ਵੀ ਜਿਹੜਾ ਉਸ ਸਰੋਵਰ 'ਚ ਜਲ ਆਉਂਦਾ, ਸ੍ਰੀ ਦਰਬਾਰ ਸਾਹਿਬ ਜੇ ਜਲ ਆਉਂਦਾ, ਇੰਨੀ ਵੱਡੀ ਲੰਬੀ ਹੰਸਲੀ ਕਿੱਥੋਂ ਚੱਲਦੀ ਹੈ, ਹੈਰਾਨ ਰਹਿ ਜਾਈਦਾ। ਇਸ ਕਰਕੇ ਉਹ ਬਾਬਾ ਜੀ ਨੇ ਕਿਰਪਾ ਕੀਤੀ ਆ। ਗੱਲ ਹੁੰਦੀ ਪਰਉਪਕਾਰ ਦੀ। ਪਰਉਪਕਾਰ ਨੂੰ ਭੁਲਾ ਦੇਣ ਵਾਲਾ ਕਿਰਤ ਘਣ ਹੁੰਦਾ। ਕੱਲ੍ਹ ਵੀ ਇੱਕ ਬੰਦਾ ਮੈਨੂੰ ਦੱਸੇ, ਗੱਲ ਚੱਲਦੀ ਸੀ ਪੁਰਾਣੇ ਸਾਡੇ ਵੇਲੇ ਦੇ ਸਿੰਘਾਂ ਦੀ। ਮੈਂ ਕਿਹਾ ਅੱਜ ਕੱਲ੍ਹ ਲੋਕਾਂ ਨੂੰ ਇੰਨਾ ਕੁਝ ਦੇਈਦਾ, ਕਿਸੇ ਦਾ ਕੁਛ ਬਣਾ ਕੇ ਦੇਈਦਾ, ਕਿਸੇ ਦਾ ਕੁਛ ਬਣਾ ਕੇ ਦੇਈਦਾ। ਮੈਂ ਕਿਹਾ ਇਹ ਲੋਕ ਅੱਜ ਕੱਲ੍ਹ ਕਿਰਤ ਘਣ ਹੋ ਜਾਂਦੇ, ਬਾਅਦ 'ਚ ਪੁੱਛਦੇ ਵੀ ਨਹੀਂ, ਦਿਖਦੇ ਵੀ ਨਹੀਂ ਵੀ ਕਿੱਧਰ ਨੂੰ ਗਾਇਬ ਹੋ ਗਿਆ। ਉਹ ਮੈਨੂੰ ਦੱਸੇ, ਕਹਿੰਦਾ ਅੱਜ ਤੋਂ ਪਹਿਲੇ ਕਿੰਨੇ 40 ਸਾਲ ਪਹਿਲਾਂ ਇੱਕ ਬੰਦੇ ਨੇ ਮੇਰਾ ਇੰਨਾ ਕੁ ਕੰਮ ਇੱਕ ਕੀਤਾ ਸੀ। ਕਹਿੰਦਾ ਅੱਜ ਤੱਕ ਮੈਂ ਉਹ ਭੁੱਲਿਆ ਨਹੀਂ। ਕਹਿੰਦਾ ਅੱਜ ਵੀ ਮੈਂ ਉਹਦਾ ਧੰਨਵਾਦ ਕਰਦਾ। ਮੈਂ ਵੀ ਸੁਣਾਈ ਆਪਣੀ ਗੱਲ। ਮੈਂ ਕਿਹਾ ਇੱਕ ਵਾਰੀ ਇੱਕ ਬੰਦੇ ਨੇ ਮੇਰੇ 'ਤੇ ਪਰਉਪਕਾਰ ਕੀਤਾ ਸੀ,
ਹੁਣ भी मैं कथा विच भी उसकी गल सुणाऊंगा। इन्नी बहुत सारे गुरमुख दुनिया अंदर बैठे है, तो इस करके है कि परोपकार की जो गल चलती कलगीधर महाराज की की लोड़ सी गुरु नानक साहब नूं इन्ना जिथे तक बाबे तारे चार चक नौ खंड पृथ्वी सच्चा ढोआ गुरमुख कल विच प्रगट होआ। हुण तुसीं तां इन्हां खोजां विच पैंदे घੱਟ हो, ਜਾਂ ਜੇ दसीए तो तुसीं यकीन भी नहीं करना मेरे ते। क्यों? जिथे तक तुहाडी पहुँच है उत्थे तक ही जाना। जे कोई इत्थों साढ़े चो अमरीका कनेडा बैठा, कोई इंग्लैंड बैठा, कोई इधर बैठे यूरोप दे विच, स्पेन बैठा, कोई ग्रीस च बैठा, कोई तिब्बत विच बैठा, वो काहदे लई गए आ? वो कोई ये नहीं खोजणगे भी गुरु नानक साहब इत्थे आए सी, किहड़े पातशाह आए सी, उन्होंने की परोपकार कीते सी। वो तो इस करके गए हुए भी कित्थे काम कित्थे लभूगा, पैसे कित्थों ज़्यादा होने हैं। मैं जदों मैनू थोड़ा जिहा भिणक पई भी एक साइट नैट के उत्ते कढो भी स्पेन, मैनू ये पता लग्या भी सतगुरबिबली.com कढो। सतगुरबिबली.com असीं कढी, साडे बच्चों ने भी कढी। मैं कहा ये इंग्लिश में थोड़ा पंजाबी वाल लिया खिंच के मैनू। वो कहना अजकल सौखा ही है, ऐ हथ मारने इंग्लिश की पंजाबी बन जानी एकदम। मैं वो सारा पढ़िया, जो मैं पढ़ी जाता सी तो मैं हैरान होंदा जाता सी। ਜਿਹੜੀ किसी टीकाकार ने चीज़ा नहीं लिखिया, नहीं तो हरेक शब्द की को थानका बनती है भी गुरु नानक साहब इत्थे आए, उन्होंने ये शब्द इत्थे उच्चारण किया। जिवें लुधियाने वालों तो नहीं ज़्यादा पता, वैसे लुधियाने पता नहीं किहड़े रंगां च ने, वो पता नहीं कित्थे पैसे पूसे च उलझे हुए आ। मेरा काम चल गया, मेरी आह बेक गई, मेरी आह खरीदी गई। लुधियाने के नाल पिंड ठक्करवाल से गुरु नानक साहब गए। जिवें इत्थे सुल्तानपुर साहब आ इन्ना मशहूर है स्थान वर्ल्ड दे विच, लुधियाना भी 3-4 दिन महाराज उस साधु को रहे हैं, वह हंकार तोड़िया। सतगुरु ने उत्थे एक शब्द उच्चारण किया, उन्होंने बोर्ड के उत्ते सारी यात्रा लिखी, कितों कितों आए, इत्थे आ शब्द उच्चारण किया है। सतगुरबिबली.com दे विच गुरां दी सारी यात्रा लिखी हुई। सतगुरु जी पैदल चल के गए, जां कह लो भी दूजी तरह भी चले जाते सी। सतगुरु महाराज जी ने मैक्सीको तक यात्रा की अपनी। मैक्सीको वसदा सी, अमरीका है नहीं सी, ना ही कनेडा सी उदों। ये मैक्सीको पहला किद्दां बन गया? ये पहला अपना नक्शा इकट्ठा ही हुंदा सी। आस्ट्रेलिया अपने नाल ही जुड़िया होया सी किसी टाइम, पिछले युगों की गल करदा मैं। ये जिहड़ा बाकी सारे टापू ने ये इंडिया के नाल ही जुड़े हुए सी। ज्यों ज्यों भुचाल आउंदे गए, झटके पैंदे गए, हौली हौली ये धरतियां परे नूं खिसकदियां। मैं जब ग्रीस गया सी तो उत्थे मैनू एक कृति टापू पैंदा, मैं बाई एयर गया सी उत्थे, तो मैनू कहंदे थोड़ा थोड़ा खिसक रहा, भावें माड़ा जिहा खिसक जाता, हौली 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 हौली। धरती अपने धुरे तो भी हिली हुई है, हुण ये भी थोड़ा जिहा खिसकदी आ हर रोज़। फर्क तो पैंदा ही, लखां वरियां करोड़ां वरियां बाद फर्क पैंदा हुंदा। तो इस प्रकार हर चीज़ विच फर्क पैंदा। जब उत्थे गए तो खोज करद्यां करद्यां मैं अपने छोटे बेटे नूं कहा, मैं कि मैक्सीको का देख इत्थे महाराज क्यों गए? क्यों कहते जब महाराज ये भी दस्सिया भी टोरंटो हले बनया नहीं सी, पर टोरंटो वाले रस्ते होंदे हुए महाराज इधर दी
पार करके अमरीका वाला एरिया तो इत्थे आए। ये वो लोग सी जिहड़े महाभारत की जंग विचों डरदे हुए दौड़ गए सी। ये उत्थे जाके बसे। अज भी उत्थे जाके गोत पुछो कि तुहाडा गोत की है, कहता मान, मान गोत है। जब मैं अमरीका च एक बार कैलीफोर्निया स्टेट च लंघ रहा सी तो मैं कहा ये जट्टां वाले गोत इत्थे लिखे हुए बोर्डां ते, गिल मैन रोड। मैं गिल भी लिखिया, मान भी, मैं ये की हिसाब अंग्रेज़ों का गोत आ? कहते नहीं, ये इन्होंने स्टेट कैलीफोर्निया तो खरीदी है। इत्थे जिहड़ा है ना ये स्टेट मैक्सीको जिहड़ी आ, इत्थे साडे बड़े वडेरे इत्थे महाभारत की जंग तो डरदे हुए इत्थे आके छुप गए सी। सो गुरु नानक साहब उत्थे गए सी। जदों महाराज जी गए तो उन्होंने एको बेनती की भी साडे शरीर के उत्ते जिन्हों आपां कहने छोटी माता चेचक, वो कहें महाराज जी साडे इत्थे बहुत निकलती है। महाराज कहने देखो मच्छी कितना गंद खाती है, कोड़ियां का मास, ਉਹਦਾ मास, ਉਹਦਾ मास, तुसीं कहते सारे मच्छी भी खाई जाते हो। तो मच्छियां करके ही थोड़े शरीरों के उत्ते कोड़ टाइप होया गया सिस्टम। कहते महाराज फिर की खाया करिए, खाण नूं है नहीं कुछ। महाराज सच्चे पातशाह ने वो जी पंक्ति लिखी है, वो बेशक तुसीं कढ़ सकते हो आई ग्रंथ विच, गरुड़ा खाना दुध स्यों गाढ़, उत्थे शब्द उच्चारण किया। पाठियों तो पढ़ते हैं, कथाबाज भी पढ़ते। गरड़ा भी मैं पढ़िया, गरड़ा होंगे उबले हुए चौल दुध च मिला के खंड मिठा शक्कर पा के वो छकिया करो। महाराज जी ने उन्होंने कहा भी तुसीं जिहड़ा शांत की भोजन खाओ, ये तुहानूं बीमारी तां लगदी। दूजा सतगुरां ने उत्थे शब्द दसे और महाराज जी ने उत्थे एक झील सी वड्डी, उत्थे बह के जिस शब्द का गायन किया, शब्द पढ़िया काफ़ी, आप इशनान किया। सतगुरु कहते इत्थे इशनान कर लिया करो, है तो सरोवर उत्थे भी है, पर साडे क्योंकि अपना तो एको रौला अपना भी तैं किन्ने किले बना ले, तू किन्ने ट्रैक्टर ले ले, तू आ की ले लिया, ਜਾਂ तू आ बना लिया, तू आ बना लिया। मेरी जिंदगी दहाकियां के हिसाब नाल लंघी हुई है। हुण मैं ला लो बई 6.5 दहाकियां चलिया गया। हुण मैनूं हासा ही आउंदा अजकल दे निआणिआं ते लोकां ते। पहलां आउंदा सी फोन भी किहड़े शब्द नाल रोम रोम जाप हो, किहड़े शब्द नाल कंठ विच जाप चलूगा, किहड़े शब्द नाल बाह बख्शिश होगी। हुण देखो नाले मेरा हासा निकलता इन्होंने लोगों से, बाबा जी हाँ जी आयल्स करनी है, किहड़ा शब्द करिए। सानू अज नंबर मेरे घट आए ने आयल्स विचों। मैं कहा हुण बाणी इस काम नूं रह गई, लोग परलोक ना सवारियो। फिर उन्होंने माँ बाप आउणगे, गए बाहर, हाँ जी गए, ਉਹਦਾ तो बुरा ही हाल आ उत्थे ऐ। मैं कहा वो तो मैं जदों सब तो पहला 2004 विच मैं गया सी टोरंटो, मैनू उदों ही संगत ने कहना शुरू करता सी उत्थों उन्होंने रोक दो भी इत्थे ना आउण। जदों मैं इंग्लैंड जाके देखा उत्तों तो बर्फ पैंदी है, पुलों के थल्ले पंजाबियां निआणे 4-4 कपड़े लपेट के पुलों थल्ले सर्दी च पए। एक एक बेसमेंट में 10-10 15-15 जने कुड़ियां मुंडे इकट्ठे पे। वैसे किते किते आउंदा भी अणख की खातर मारता, वो किसे किसे च हैगी अणख, पर साढ़े तो अणख ही खत्म हो गई है। पैसे वास्ते ही सारी अणख मुकाती। कहते कोई नहीं जी एक कुड़ी लेखे लग भी जाऊगी, पैसा तो आ जू। की सोचते तुसीं? मरना नहीं, हिसाब नहीं देना जाके उत्थे की हालत करनगे थोड़ी अगले पता हो। वो बहुत सख्त सुभाव है।
उन्होंने लिहाज नहीं करना। मैं तुहानूं दसां सत संतोख ज्ञान वाली गल। मैं अपनी जिंदगी गरीबी च गुजारी बहुत ज़्यादा। 2004 च मैं बाहर गया, उदों पहला मैं बहुत ही ज़्यादा गरीबी, पैसा नहीं सी हुंदा साडे कोल। पर मैं कदे किसी नूं ऐ नहीं सी कहा कि मैनूं दे दे, मैनूं ऐ दे दे, मैनूं ऐ दे दे। मैं कदे मंगिया नहीं। मैं जांदा सी तो गुरु ग्रंथ साहिब कोल जांदा सी भी जिहड़े आ 50 रुपए जेब च आ तुसीं ये भी लै लो, कोई गल। ठाकुर साहब दी जेबां खाली हो ठीक भी तुहानूं भाउंदा ना कि मेरी जेबां खाली रहन, आ लो जी सारे लै लो, कोई गल नहीं। मैं खुश हाँ क्योंकि मेरा बापू खुश है कि मुंडे की जेब खाली रहे तो मैं भी खुश हाँ। मैं तेरी रजा च राजी हाँ। फिर महाराज ने देखना भी ये तो बिल्कुल ही सारे ही मैनू फड़ा गया। फिर उन्हें फिर भेज देने भी नहीं थोड़े बहुत तो रख जेब च। महाराज को कोई नहीं मंगता जाके, सच्चे पातशाह तुसीं दो सानू। संत बाबा अमीर सिंह जी अमीर भंडार वाले श्री अमृतसर साहब जोड़े खाने, उत्थे एक मुसलमान वीर हुंदा सी जोड़े झाड़दा सी। 47 तो बाद की गल आ गया, बाबा जी असीं तो इधर ही रह गए हैं, कोई पैसा नहीं, गरीबी आ, भुख नंग है, मर रहे हैं भुखे, पर फिर भी गुरु रामदास के लंगर प्रसादा छक लिया। तरस आ गया। कहते प्रभ का सिमरन रिद्ध सिद्ध नौ निध, ये कलाम है गुरु नानक पातशाह गुरु अर्जन देव का, ये पढ़िया कर। वो मुसलमान ने उर्दू च लिख लिया। महापुरुष तो भुल गए, किन्ने साल 2 साल लंघे, तुरे कहते जाते हैं तो वो गड्डी रोक के एक बंदा उतरिया, आके गोडी हथ लाया, कहना पछाणे, कहते भी पक्का नहीं याद है, याद तो है, तू मिलिया तो होएगा कदे। कहने वही है जिन्होंने तुसीं दिता सी प्रभ कैसे मंदिर सिद्ध ना आउंदे। कहते हाँ हाँ। कहने अज 5-6 ट्रक है, आ गड्डी है, कोठी है, माया है, ये सब ये गुरु नानक की कलाम का सदका। पिछे जे हुणे एक सिंह मिलिया, कहते तुसीं कथा दस्सिया सी प्रभ कैसे मंदिर सिद्ध नौ मिले। कहना आ तो वो गई पर मन की एकाग्रता खराब कर गई। कहना बाकी तो सारा कुछ आ गया, ये डावाडोल होया फिरदा। मैं कहा चलो मैंने चंगा दसता भी ये बीमारी के नाल एक दवाई होर भी लाउणी सीगी। साडे बच्चे भी डॉक्टरी करते आ, वो देसी दवाइयाँ BMS की। मैं कहा ये दवाई बहुत गर्म है, वो कहते ਇਹਦਾ भी इलाज हैगा, ये च आप मोती पी के पा दें बराबर हो जू हिसाब, दवाई काम भी करू तो मोती भी पा देंगे। वो मैं उस सिंह नूं कहा हुण भी हैगा पटियाले वो, मैं कहा प्रभ का सिमरन रिद्ध सिद्ध नौ निध करन नाल जानी तैनूं फायदा नहीं। कहना फायदा माया का तो होया, इंग्लैंड भी जा आया, 5-6 प्लाट बना लिया, कोठियां भी हो गई, आ अंदरों हिल गया, वकारी हो गया, ऐ खड़ जांदियां आके गलत रस्ते में प्रेरदियाँ। मैं कहा अच्छा ਇਹਦਾ इलाज भी करिए, फिर मोती पिष्टी पाइए च। कहना वो किवें? मैं कहा प्रभ का सिमरन ज्ञान ध्यान तत्त बुद्ध, अगली पंक्ति हूँ नाल जोड़दा। कंट्रोल उन्हें करना, उन्होंने रिद्ध सिद्ध नौ ने तो मेरी माया ही है। महात्मा को की है नामदान पहला, ਜਦੋਂ ਇਹਨਾਂ ਦੀਆਂ ਸੇਵਾਵਾਂ ਦੇਖਦੇ ਹਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਕੋ ਬਣਾਉਣਾ ਹੋਵੇ ਜਾਂ ਕੋਈ ਛੋਟੀ ਮੋਟੀ ਚੀਜ਼, ਉਗਰਾਹੀਆਂ ਕਰਦੇ ਫਿਰਦੇ ਬੁਰੇ ਹਾਲ ਹੋ ਜਾਂਦੇ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਜਿਹਨੇ ਗੁਰਦੁਆਰੇ ਬਣਾਏ ਆ ਨਾ, ਜਦ ਮੈਂ ਉਹਨਾਂ ਬਾਰੇ ਸੋਚਦਾ ਫਿਰ ਬਾਬਾ ਜੀ ਨੇ ਕੋਈ ਥਾਂ ਛੱਡਿਆ ਹੀ ਨਹੀਂ। ਇੰਨੀ ਸੇਵਾ ਕਰਵਾਈ ਬਾਬਾ ਜੀ ਨੇ। इस करके साध संगत बाबा वीर सिंह जी की सेवा ये उही ने कि जग में उत्तम काढ़िए बिरले कई के, कोटन में नानक को नारायण जे चीत,
ਨਾਰਾਇਣ ਪਰਮੇਸ਼ਰ ਉਹਦੇ ਚਿੱਤ ਵਿੱਚ ਕਿਸੇ ਕਿਸੇ ਇੱਕ ਦੇ ਵਸਦਾ। ਸੋ ਇਸ ਕਰਕੇ ਸਾਧ ਸੰਗਤ ਮਹਾਂਪੁਰਖਾਂ ਦੇ ਆਪਾਂ ਜਿਹੜੇ ਜੀਵਨ ਸਾਰੇ ਜਾਣੇ ਇਕੱਠੇ ਹੋ ਕੇ ਉਹਨਾਂ ਦੇ ਦਿਨ ਮਨਾਉਂਦੇ ਆ, ਉਹਨਾਂ ਨੂੰ ਯਾਦ ਕਰਦੇ ਆ। ਭਾਵੇਂ ਵੀ ਸੰਗਤ ਲੋੜ ਅਨੁਸਾਰ ਆਪਣਾ ਪ੍ਰਸ਼ਾਦਾ ਪਾਣੀ ਛਕ ਕੇ ਹੁਣੇ ਚਲੇ ਗਏ ਬਹੁਤ ਸਾਰੇ, ਪਰ ਫਿਰ ਵੀ ਸਾਇੰਸ ਨੇ ਇੱਕ ਚੀਜ਼, ਸਾਇੰਸ ਇਹ ਚੀਜ਼ ਆ ਕਿ ਜਿਹੜੇ ਹੁਣ ਨੈੱਟ ਹੈ, ਨੈੱਟ ਸੈਂਖੀਆ ਹੈ, ਸੈਂਖੀਆ ਜੇ ਕੋਈ ਖਾਂਦਾ ਮਰ ਜਾਂਦਾ, ਜ਼ਹਿਰ ਹੈ ਇੱਕ ਨੈੱਟ। ਪਰ ਜੇ ਸੈਂਖੀਏ ਨੂੰ ਮਾਰ ਲਓ ਤਾਂ ਇਹ ਹੀ ਦਵਾਈ ਬਣ ਜਾਂਦੀ। ਇਹ ਜਿਹੜਾ ਨੈੱਟ ਦੇ ਉੱਤੇ ਹੁਣ ਅੱਜ ਪੂਰੇ ਵਰਲਡ ਵਿੱਚ ਕਥਾ ਜਾ ਰਹੀ ਆਪਣੀ, ਅੱਜ ਤੁਹਾਡਾ ਪਿੰਡ ਪੂਰੇ ਵਰਲਡ ਦੇ ਲੋਕਾਂ ਨੂੰ ਦੇਖ ਗਿਆ ਵੀ ਆਹ ਪਿੰਡ ਆ ਬਾਬਾ ਵੀਰ ਸਿੰਘ ਰੰਗਿਆਬਾਦੀਆਂ ਦੀ। ਇਹ ਇੱਥੇ ਟਾਹਲੀ ਆ, ਇੱਕ ਬੇਰੀ ਲੱਗੀ ਹੋਈ ਆ, ਇਹ ਉਹਨਾਂ ਦੇ ਸਥਾਨ ਹੈ। ਇੱਥੋਂ ਦੇ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਹੋਏ ਨੇ। ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਮੰਜੀ ਸਾਹਿਬ ਦੀਵਾਨ ਹਾਲ ਕਿਹਨੇ ਬਣਾਇਆ, ਕਿਉਂਕਿ ਉਹ ਪਹਿਲਾਂ ਹੋਏ ਨੇ ਬਹੁਤ, ਉਹ ਬਹੁਤ ਚਿਰ ਪਹਿਲਾਂ ਹੋਏ। ਹੁਣ ਜੇ ਮੈਂ ਕਹੀ ਆ ਨਵੇਂ ਸਿੰਘ ਨੇ, ਇਹਨਾਂ ਨੂੰ ਕਿਹਾ ਟਕਸਾਲ 'ਚ ਰਿਹਾ, ਉਹ ਕਹਿੰਦਾ ਅਸੀਂ ਤਾਂ ਤੈਨੂੰ ਕਦੇ ਦੇਖਿਆ ਨਹੀਂ। ਮੈਂ ਤੇਰਾ ਜਨਮ ਕਾਕਾ ਕਦੋਂ ਦਾ? ਕਹਿੰਦਾ 86 ਦਾ। ਮੈਂ ਕਿਹਾ ਮੈਂ 74 ਤੋਂ 84 ਤੱਕ ਰਿਹਾ, ਤੂੰ ਜੰਮੇ ਹੀ 86 'ਚ, ਮੈਂ ਕੀ ਕਰਾਂ? ਤੂੰ ਇਹ ਟਕਸਾਲ 'ਚ ਕਿਵੇਂ ਦੇਖ ਲੈਣਾ ਸੀ ਮੈਨੂੰ? ਕਈ ਐਂ ਵੀ ਕਹਿੰਦੇ ਰਿਹਾ ਹੀ ਨਹੀਂ ਟਕਸਾਲ 'ਚ। ਉਮਰ ਪੁੱਛੋ ਤਾਂ ਉਮਰ ਆ ਹੁਣ ਜੰਮਿਆ, ਕਹਿੰਦਾ ਮੈਂ ਤਾਂ ਕਹਿੰਦਾ 2000 'ਚ ਜੰਮਿਆ। ਤੇ ਇਸ ਕਰਕੇ ਵੀ ਇਹ ਜਿਹੜੇ ਮਹਾਂਪੁਰਖ ਪੁਰਾਣੇ ਹੋਏ ਨੇ, 1957 'ਚ ਮੇਰਾ ਜਨਮ ਹੋਇਆ। ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਚਲੋ ਕਿਸਮਤ ਨਹੀਂ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਨੇ ਉਦੋਂ ਚੜ੍ਹਾਈ ਕੀਤੀ ਸੀ ਹਰਖਵਾਲ ਵਾਲਿਆਂ ਨੇ। ਮੇਰੇ 57 ਤੋਂ ਲੈ ਕੇ ਲਗਭਗ 57 ਨੂੰ ਪਲਟਾ ਦਿਓ, ਉਲਟ ਕਰ ਦਿਓ ਤਾਂ 75 ਬਣ ਜਾਂਦਾ। 1975 ਤੱਕ ਬੜੇ ਮਹਾਂਪੁਰਖ ਰਹੇ ਨੇ। ਚਲੋ 80 85 ਤੱਕ ਵੀ ਕਾਫੀ ਰਹੇ ਨੇ। 84 'ਚ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ। ਉਦੋਂ ਕਿਤਨੇ ਮਹਾਂਪੁਰਖ ਸੰਸਾਰ ਦੇ ਉੱਤੇ ਰਹੇ। ਇਹਨਾਂ ਸੰਤਾਂ ਦੇ ਦਰਸ਼ਨ ਹੋਏ। ਸੰਤ ਹੁਣ ਜੇ ਬਸ ਨਾਂ ਲੈ ਦਈਏ ਤਾਂ ਤੁਹਾਨੂੰ ਪਤਾ ਨਹੀਂ। ਬਾਬਾ ਸੋਹਣ ਸਿੰਘ ਜੀ ਵੀਰ ਚੰਦੀਏ ਮਹਾਂਪੁਰਸ਼, ਬਾਬਾ ਦਇਆ ਸਿੰਘ ਜੀ ਦੇ ਚਲੋ ਹੁਣ ਦਰਸ਼ਨ ਕੀਤੇ ਕਈਆਂ ਨੇ। ਇਹ ਜਿਹੜੇ ਕਈ ਮਹਾਂਪੁਰਖ ਹੋਏ ਨੇ ਜਿੱਦਾਂ ਨੇ ਥੰਮ ਬਣ ਕੇ ਸੰਸਾਰ ਨੂੰ ਸਾਂਭਿਆ ਹੋਇਆ ਸੀ। ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਕਮਾਈਆਂ ਕੀਤੀਆਂ ਉਹਨਾਂ ਨੇ, ਸੰਭਾਲਿਆ ਸਾਰਾ ਕੁਛ। ਬਹੁਤ ਸਾਰੇ ਲੋਕ ਕਹਿੰਦੇ ਕਾਰ ਸੇਵਾ ਵਾਲੇ ਐਂ ਕਰਕੇ, ਕਾਰ ਸੇਵਾ ਵਾਲੇ ਐਂ ਕਰਕੇ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਉਹ ਹੁਣ ਜੰਮੇ ਨੇ। ਜਦ ਦੁਨੀਆ ਦੇ ਉੱਤੇ ਇੰਨੀ ਸੰਕਟ ਸੀ, ਭੀੜ ਸੀ, ਬੜਾ ਕੁਛ ਸੀ ਸੰਸਾਰ ਦੇ ਵਿੱਚ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਹੁਣ ਸਾਰਾ ਕੁਝ ਮਿਲ ਗਿਆ, ਘਰ ਘਾਟ ਮਿਲ ਗਏ, ਪੈਸਾ ਮਿਲ ਗਿਆ, ਰੋਟੀ ਪਾਣੀ ਚੰਗਾ ਚੱਲਦਾ, ਸਿੱਖ ਵਧੀਆ ਖਾਣ ਪੀਣ ਲੱਗ ਗਏ। ਕਹਿੰਦੇ ਹੁਣ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ 3 ਸ਼ਬਦ ਆ ਗਈ ਨਾ ਉੱਥੇ ਗੱਲ, ਕਿਰਤ ਘਣ ਵਾਲੀ ਆ ਗਈ ਨਾ ਗੱਲ। ਉਹ ਜਦ ਤੁਹਾਡੀਆਂ ਮਾਵਾਂ ਭੈਣਾਂ ਨੂੰ ਛੁਡਾ ਕੇ ਲਿਆਏ ਸੀ, 30-30 ਹਜ਼ਾਰ ਲੜਕੀਆਂ ਚੁੱਕਣ ਵਾਲੇ ਆ ਬਾਬਾ ਦੀਪ ਸਿੰਘ ਨੇ ਛੁਡਾ ਕੇ ਲਿਆਏ ਸੀ। ਹੁਣ ਬਾਬਾ ਦੀਪ ਸਿੰਘ ਦੇ ਵੀ ਕਰ ਦਿਓ ਕਿੰਤੂ ਕੋਈ, ਵੀ ਉਹਨਾਂ ਨੇ ਇੱਦਾਂ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅੰਗਰੇਜ਼ਾਂ ਨੇ ਇੰਨਾ ਕੀਤਾ, ਮੰਨ ਗਏ ਸੀ ਅੰਗਰੇਜ਼ ਵੀ ਸਿੱਖ ਸਤਿਕਾਰ ਕਰਦਾ ਹੈ। ਤੁਸੀਂ ਕਦੇ ਜੀਵਨ ਨਹੀਂ ਪੜ੍ਹੇ? ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ। ਕੇਵਲ 34 ਸਾਲ ਦੀ ਉਮਰ ਸਰੀਰ ਛੱਡਤਾ ਸੀ, ਮਿਲਟਰੀ 'ਚ ਰਹੇ ਸੀ। ਉਹ ਬਹੁਤ ਉੱਚੀ ਅਵਸਥਾ ਦੇ ਮਾਲਕ ਸੀ। ਗੋਰੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ, ਅਰਦਾਸਾਂ ਪੂਰੀਆਂ ਹੁੰਦੀਆਂ ਸੀ। ਅੱਜ ਵੀ ਬਹੁਤ ਸਾਰੇ ਦੇਸ਼ਾਂ ਤੋਂ ਗੋਰੇ ਦਰਬਾਰ ਸਾਹਿਬ ਆਉਂਦੇ, ਇੱਥੋਂ ਦਾ ਜਲ ਲੈ ਕੇ ਜਾਂਦੇ ਨੇ, ਉਹ ਠੀਕ ਹੁੰਦੇ ਨੇ।
ਸਾਡੇ ਆਪਣੇ ਸਿੱਖ ਸਰੋਵਰ ਨੂੰ ਨਿੰਦੇ ਨੇ, ਸਾਡੇ ਆਪਣੇ ਸਿੱਖ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਦੇ ਨੇ। ਇਹ ਕੈਸਾ ਜ਼ਮਾਨਾ ਆ ਗਿਆ, ਕੈਸਾ ਸਮਾਂ ਆ ਗਿਆ। ਇਹ ਛੇਵੇਂ ਪਾਤਸ਼ਾਹ ਨੇ ਇੱਕ ਵਾਰ ਬਚਨ ਕੀਤਾ, ਉਹਨਾਂ ਨੇ ਬਾਜ ਸੀ ਮਹਾਰਾਜ ਦੇ ਕੋਲੇ, ਇੱਕ ਪੰਛੀ ਹੁੰਦਾ ਸੁਰਖਾਬ। ਛੇਵੇਂ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸ਼ਿਕਾਰ ਖੇਡਦਿਆਂ ਸੁਰਖਾਬ ਨੂੰ ਛੱਡਿਆ ਵੀ ਜਾ, ਸੁਰਖਾਬ ਦੇ ਪਿੱਛੇ ਆਪਣਾ ਬਾਜ ਭੇਜਿਆ। ਬਾਜ ਗੁਰਾਂ ਦੇ ਹੱਥ ਵਿੱਚੋਂ ਉੱਡ ਕੇ ਦਰਖਤ ਤੇ ਜਾ ਬੈਠਾ। ਮਹਾਰਾਜ ਕਹਿੰਦੇ ਗਿਆ ਹੀ ਨਹੀਂ ਪਿੱਛੇ। ਕਹਿੰਦੇ ਮਹਾਰਾਜ ਇਹ ਹੁਣੇ ਕੁਛ ਇੱਕ ਪੰਛੀ ਨੂੰ ਮਾਰ ਕੇ ਖਾ ਕੇ ਹਟਿਆ। ਸਤਿਗੁਰੂ ਕਹਿੰਦੇ ਇੱਕ ਬੰਦਾ ਤੇ ਇੱਕ ਬਾਜ, ਇਹ ਰੱਜੇ ਕਦੇ ਕੰਮ ਨਹੀਂ ਕਰਦੇ। ਸਿੱਖ ਨਹੀਂ, ਸਾਰੇ ਬੰਦੇ ਹੀ ਜਦੋਂ ਭੁੱਖਾ ਮਰਦਾ ਨਾ ਉਦੋਂ ਹੀ ਕਹਿੰਦਾ ਧੰਨ ਗੁਰੂ ਨਾਨਕ, ਵਾਹਿਗੁਰੂ ਵਾਹਿਗੁਰੂ। ਕਿਹੜੀ ਮਾਲਾ ਕਰਨੀ ਆ, ਹੁਣ ਕਿਹੜਾ ਸ਼ਬਦ ਕਰਨਾ ਹੈ। ਜਦੋਂ ਹੀ ਸੈਟਿੰਗ ਹੋ ਗਈ ਨਾ, ਕਹਿੰਦੇ ਹੁਣ ਕੀ ਲੋੜ ਹੈ, ਹੁਣ ਕੀ ਲੋੜ ਆ ਆਪਾਂ ਨੂੰ ਪਾਠ ਕਰਨ ਦੀ। ਉਹ ਨਿਊਯਾਰਕ ਦੇ ਵਿੱਚ ਇੱਕ ਬੀਬੀ ਸੀ, ਉਹਦਾ ਗੁਆਂਢਣ ਕਹਿੰਦੀ ਭੈਣ ਜੀ ਤੁਸੀਂ ਕਿੱਧਰ ਚੱਲੇ ਹੋਏ ਗੁਰਦੁਆਰੇ। ਹਾਏ ਹਾਏ ਭੈਣ ਜੀ ਤੁਹਾਨੂੰ ਕੀ ਲੋੜ ਪੈ ਗਈ ਜਾਣ ਦੀ ਗੁਰਦੁਆਰੇ, 2 ਮੁੰਡੇ ਤੁਹਾਡੇ, 2-4 ਗੱਡੀਆਂ ਵੀ ਨੇ, ਸਾਰੀ ਸੈਟਿੰਗ ਹੈ, ਦੋਨੋਂ ਜਣੇ ਕਮਾਉਨੇ ਹੋ, ਐਡਾ ਸੋਹਣਾ ਘਰ ਹੈ। ਕਹਿੰਦੀ ਗੁਰਦੁਆਰੇ ਤਾਂ ਉਹ ਜਾਂਦਾ ਹੁੰਦਾ ਜਿਹਦੇ ਘਰ ਘਾਟ ਨਾ ਹੋਵੇ ਕੋਲੇ, ਜਿਹਦੇ ਕੋਲ ਕੋਈ ਬੱਚਾ ਨਾ ਹੋਵੇ, ਜਿਹਦੇ ਕੋਲ ਪੈਸਾ ਨਾ, ਗੁਰਦੁਆਰੇ ਤਾਂ ਉਹ ਜਾਂਦਾ। ਇਹ ਸਿੱਖਾਂ ਦੀ ਸੋਚ ਦੇਖ ਲਓ। ਇਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਤਾਂ ਕੁਛ ਵੀ ਨਹੀਂ, ਹਾਲੇ ਤਾਂ ਅੱਗੇ ਜਾਣਾ ਹੈ। ਜਿੱਥੇ ਜਾਏ ਤੋਂ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਗਰਾਵਾਂ ਦੇ ਇਲਾਕੇ ਵਿੱਚ ਇੱਕ ਨਾ ਹਾਂਗਕਾਂਗ ਦੇ ਪ੍ਰੇਮੀ ਨੇ, ਮੈਂ ਤਾਂ ਉਦਾਹਰਨ ਦਿੰਦਾ, ਉਹ ਮੇਰੇ ਕੋਲ ਲੈ ਕੇ ਆਦੇ ਭਾਣਜਿਆਂ ਨੂੰ, ਸਿੰਘ ਆ ਗਿਆ ਹੈ ਤਾਂ ਉਹ ਸਿੰਘ ਸੀ, ਸਿੰਘ ਤਾਂ ਦੋਨੋਂ ਭਾਣਜੇ ਤੋਂ ਉਹਦੇ ਇੱਦਾਂ ਹੀ ਸੀ ਮੌਨ ਕੋਂਜੇ। ਉਹ ਕਹਿੰਦੇ ਚਲੋ ਜੀ ਕਰੋ ਕਿਰਪਾ, ਠੀਕ ਨੇ। ਉੱਦਾਂ ਨਿਤਨੇਮੀ ਵੀ ਇਹ ਕਰਦੇ, ਖਾਂਦੇ ਖੁੰਦੇ ਕੁਛ ਨਹੀਂ, ਆਏ ਆ ਜਿਉਂ ਪਾਠ ਦੱਸੋ, ਕੋਈ ਕੈਨੇਡਾ ਚਲੇ ਜਾਣ। ਕੀਤੀ ਕੀ ਹੈ, ਸਾਦੀ BA ਕੀਤੀ ਹੋਈ, ਬੜੀ 15-20 ਸਾਲ ਪੁਰਾਣੀ ਗੱਲ ਹੈ। ਮੈਂ ਕਿਹਾ ਦੋਵੇਂ 1.25 ਲੱਖ ਮੂਲ ਮੰਤਰ ਕਰ ਲਓ, ਚਲੋ ਕੋਈ ਨਹੀਂ, ਗੁਰੂ ਸਾਹਿਬ ਕਿਰਪਾ ਕਰਨ, ਮੂਲ ਮੰਤਰ ਤਾਂ ਬਖਸ਼ਿਸ਼ਕਾਰੀ ਦੇਣਗੇ। ਜਦੋਂ 1 ਲੱਖ ਮੂਲ ਮੰਤਰ ਹੋ ਗਿਆ, ਲਾਗੇ ਪਿੰਡਾਂ 'ਚ ਕੋਈ ਕੈਨੇਡਾ ਤੋਂ ਪਰਿਵਾਰ ਆਇਆ ਸੀ, ਦੇਖਣ ਆ ਗਏ, ਪਸੰਦ ਕਰ ਲਿਆ, ਵਿਆਹ ਰੱਖਤਾ, ਮੈਨੂੰ ਵੀ ਬੁਲਾਇਆ ਵਿਆਹ ਤੇ। ਉਹ ਕਹਿੰਦੇ ਵੀ ਛੋਟੀ ਕੁੜੀ ਵੀ ਹੈਗੀ, ਚਲੋ ਛੋਟੇ ਨੂੰ ਕਰਨੇ। ਦੋਨਾਂ ਨੂੰ 1.25 ਲੱਖ ਪਾੜ ਲਾਇਆ ਸੀ, ਦੋਨਾਂ ਦਾ ਵੀਜ਼ਾ ਲੱਗ ਗਿਆ, ਸਭ ਕੁਝ ਹੋ ਗਿਆ। ਵਿਆਹ ਤੇ ਮੈਂ ਗਿਆ, ਉਹ ਮੈਂ ਪਲੰਗ ਤੇ ਬੈਠਾ ਸੀ, ਮੁੰਡਾ ਮੇਰੇ ਲਾਗੇ ਕੰਦੇ, ਕਹਿੰਦਾ ਗੱਲ ਕਰਨੀ। ਮੈਂ ਕੀ ਕਰਨ, 1.25 ਲੱਖ ਪਾੜ ਆਪਾਂ ਕਰਦੇ ਸੀ, 1 ਲੱਖ ਤੇ ਹੋ ਗਿਆ। ਮੈਂ ਫਿਰ ਕਹਿੰਦਾ ਕੰਮ ਤੇ ਬਣ ਗਿਆ, ਬਾਕੀ ਰਹਿਣ ਦੀ ਹੁਣ। ਯਾਨੀ ਬੰਦਾ ਹੈਰਾਨ ਹੋ ਜਾਂਦਾ। ਮੈਂ ਹੈਰਾਨ ਵੀ ਕਹਿੰਦਾ ਸਟਕ ਹੋ ਗਿਆ। ਮੈਂ ਕਿਹਾ ਏਡਾ ਮਤਲਬ ਤੂੰ ਆ? ਅੱਛਾ। ਮੈਂ ਕੋਈ ਨਹੀਂ ਪੁੱਤ, ਮੈਂ ਵੀ ਤੇਰਾ ਪਿਓ ਆ, ਤੈਨੂੰ ਮੈਂ ਦੱਸਦਾ ਪਤਾ। ਮੈਂ ਪਾਰ ਪੱਕੇ ਹੋਣਾ ਕਿ ਨਹੀਂ? ਕਹਿੰਦਾ ਪੱਕੇ ਤਾਂ ਹੋਣਾ। ਮੈਂ ਫਿਰ 1.25 ਲੱਖ ਕਰ ਨਹੀਂ, ਕੱਚਾ ਮੁੜ ਆਏਗਾ ਉੱਥੇ। ਫਿਰ ਉਹ ਡਰ ਗਿਆ। ਅੱਛਾ ਅੱਛਾ, ਮੈਂ 1.25 ਲੱਖ ਕਰਨਾ ਕਰਕੇ ਫਿਰ ਆਪੇ ਬਾਹਰ ਜਾ ਕੇ 2-3 ਸਾਲਾਂ ਬਾਅਦ ਫੋਨ ਆਇਆ, ਨਾਲੇ ਇੱਥੋਂ ਮਨਾ ਕੇ ਭੇਜਿਆ ਵੀ ਦਸਵੰਧ ਘੱਲੀ ਹੋਏ, ਪਹਿਲੀ ਤਨਖਾਹ ਗੋਲਕ 'ਚ ਪਾਈ, ਕੁਛ ਨਹੀਂ ਕੀਤਾ ਉਹਨੇ। 2-3 ਸਾਲਾਂ ਬਾਅਦ ਫੋਨ ਆਇਆ। ਆਪਣੇ ਲੜਕੀ ਹੋਈ ਸੀ ਪਹਿਲਾਂ, ਮੈਂ 1.25 ਲੱਖ ਕੀਤਾ ਸੀ ਮੂਲ ਮੰਤਰ, ਫਿਰ 1.25 ਲੱਖ ਕੀਤਾ, ਫਿਰ ਲੜਕੀ ਹੋ ਗਈ। ਮੈਂ ਕਿਹਾ ਹੁਣ ਮੈਨੂੰ ਕਾਹਨੂੰ ਫੋਨ ਕਰਦਾ, ਹੁਣ ਤਾਂ ਤੂੰ ਆਪ ਹੀ ਸੰਤ ਹੈ। ਕਹਿੰਦਾ ਮੈਂ ਸੋਚਿਆ, ਮੈਂ ਕਿਹਾ ਇਹ ਪੁੱਤ ਜੇ ਤੁਹਾਡੇ ਹੱਥ 'ਚ ਇਹ ਚੀਜ਼ਾਂ ਹੋਣ ਨਾ, ਤੁਸੀਂ ਤਾਂ ਰੱਬ ਨੂੰ ਵੇਚ ਕੇ ਖਾ ਜਾਓ। ਤੁਸੀਂ ਤਾਂ ਸਮਝੋ ਰੱਬ ਤਾਂ ਅਸੀਂ ਆਪ ਹੀ ਹੈ। ਮੈਂ ਸਾਡੇ ਕਨੈਕਸ਼ਨ ਐਵੇਂ ਨਹੀਂ ਰਲੇ ਹੋਏ ਉੱਥੇ। ਅਸੀਂ ਕਹਾਂਗੇ ਤਾਂ ਤੇਰੇ ਮੁੰਡਾ ਹੋ ਤੇਰੀ ਮਿਹਨਤ ਨਾਲ ਹੀ। ਸਤਿਗੁਰੂ ਤਾਂ ਸਾਡਾ ਮਾਣ ਕਰਦੇ ਆ ਨਾ, ਸਤਿਗੁਰੂ ਤਾਂ ਸਤਿਕਾਰ ਦਿੰਦੇ ਆ ਸਾਨੂੰ। ਮੈਨੂੰ ਪੰਥ ਦੀ ਸੇਵਾ ਕਰਦਿਆਂ 1974 ਤੋਂ ਲੱਗਿਆ ਹੋਇਆ, ਪਿਛਲੇ ਜਨਮਾਂ ਦਾ ਵੀ ਲੱਗਿਆ ਹੋਇਆ। ਮੈਂ ਕਿਹਾ ਕਮਾਲ ਦੀ ਗੱਲ ਹੈ, ਆਪਣੇ ਆਪ ਹੀ ਕਰ ਲਿਆ। ਇਸ ਕਰਕੇ ਇਹ ਬਹੁਤ ਸਾਰੇ ਲੋਕ
ਐਸਾ ਕਰਮ ਕਰਦੇ ਵੀ ਜਦੋਂ ਕੰਮ ਹੋ ਗਿਆ, ਜਦੋਂ ਅਖੰਡ ਪਾਠ ਸਾਹਿਬ ਕਰਨਾ ਨਾ ਘਰ 'ਚ, ਬਾਬੇ ਹੰਸਾਲੀ ਵਾਲੇ ਕਹਿੰਦੇ, ਬਾਬਾ ਅਜੀਤ ਸਿੰਘ ਜੀ ਕਹਿੰਦੇ ਪਹਿਲਾਂ ਤਾਂ 5-7 ਬੁੱਢੇ ਜੇ ਜਾਣਗੇ, ਘੰਟੀ ਖੜਕਾਉਣਗੇ, ਮੂਹਰੇ ਜਲ ਦਾ ਛਿੱਟਾ, ਸਤਿਨਾਮ ਵਾਹਿਗੁਰੂ, ਭੋਗ ਪੈ ਗਿਆ, ਹੁਣ ਗੁਰੂ ਗ੍ਰੰਥ ਸਾਹਿਬ ਦੀ ਕੋਈ ਲੋੜ ਨਹੀਂ। ਫਿਰ ਬੁੱਢੇ ਕਹਿਣਗੇ, ਉਹ ਕਾਕਾ ਆ ਮਹਾਰਾਜ ਨੂੰ ਛੱਡ ਆਇਓ ਗੁਰਦੁਆਰੇ। ਜਦ ਤਾਂ ਲੋੜ ਸੀ ਫਿਰ ਤਾਂ ਆਪ ਜਾਂਦੇ ਨੇ, ਹੁਣ ਆਪ ਕਹਿੰਦਾ ਪਾਠ ਹੀ ਨਹੀਂ ਕਰਾਉਣਾ, ਹੁਣ ਤਾਂ ਇਹ ਕਾਕੇ ਛੱਡ ਆਉਣਗੇ ਜਾ ਕੇ। ਚਲੋ ਖੈਰ, ਮਨ ਤਾਂ ਮੇਰਾ ਦੁਖੀ ਬਹੁਤ ਹੁੰਦਾ ਇਹਨਾਂ ਗੱਲਾਂ ਲੈ ਕੇ ਵੀ ਆਪਾਂ ਹੁਣ ਕਿਹੋ ਜਿਹੇ ਬਣ ਗਏ ਸਾਰੇ ਜਾਣੇ, ਆਪਣੇ ਅੰਦਰ ਉਹ ਭਾਵਨਾ ਕਿਉਂ ਮੁੱਕ ਗਈ ਆ। ਐਸੇ ਐਸੇ ਮਹਾਂਪੁਰਖ ਵੀ, ਬਾਬਾ ਸ਼ਾਮ ਸਿੰਘ ਜੀ ਸੰਦੇ ਵਾਲੇ ਇੱਕ ਕੁੜਤੀ ਪਾਉਂਦੇ ਸੀ ਖੱਦਰ ਦੀ ਗਲ ਦੇ ਵਿੱਚ। ਜਦੋਂ ਉਹ ਪ੍ਰਕਰਮਾਂ ਵਿੱਚ ਕੀ ਕਰਦੇ ਸੀ, ਛੋਟੀ ਜਿਹੀ ਖੁਰਪੀ ਤੇ ਇੱਕ ਤਸਲਾ ਰੱਖ ਦਿੰਦੇ ਸੀ। ਦਰਬਾਰ ਸਾਹਿਬ 70 ਸਾਲ ਕੀਰਤਨ ਕੀਤਾ ਬਿਨਾਂ ਭੇਟਾ ਤੋਂ। ਹੁਣ ਤਾਂ ਰਾਗੀ ਲੜ ਮਰਦੇ ਜੇ ਕਿਤੇ 10 ਰੁਪਏ ਵੀ ਇੱਧਰ ਉੱਧਰ ਹੋ ਜੇ। ਉਹ ਲੈ ਕੇ ਖੁਰਪੀ ਖੁਰਚੀ ਜਾਂਦੇ ਸੀ ਤੇ ਪਾਈ ਜਾਂਦੇ ਸੀ। ਇੱਕ ਸੰਗਤ ਗਈ ਕਿਤੇ, ਇੱਥੇ ਬਾਬਾ ਸ਼ਾਮ ਸਿੰਘ ਨੂੰ ਮਿਲਣਾ, ਕਹਿੰਦੇ ਇੱਥੇ ਹੀ ਹੋਣਾ, ਕਿਤੇ ਇੱਥੇ ਦੇਖ ਲਓ ਕਿਤੇ ਫਿਰਦਾ ਹੋਣਾ। ਪਹਿਲਾਂ ਇੰਨੀ ਨਿਮਰਤਾ ਸੀ, 70 ਸਾਲ ਕੀਰਤਨ ਕੀਤਾ ਬਿਨਾਂ ਭੇਟਾ ਤੋਂ ਤੇ ਨਾਲ ਬਿੱਠਾ ਚੁੱਕਣੀਆਂ। ਤਾਂ ਹੁਣ ਕੀ ਹੈ ਸਾਡੇ ਕੋਲ? ਦੁਬਾਰਾ ਸਾਧ ਸੰਗਤ ਜੀ ਆਪਣੀ ਭਾਵਨਾ ਨੂੰ ਜਾਗਰਤ ਕਰੋ। ਠੀਕ ਹੈ, ਮੈਂ ਆਇਆ ਮਹਾਂਪੁਰਖਾਂ ਦੀ ਯਾਦ ਵਿੱਚ, ਮੈਂ ਦਰਸ਼ਨ ਵੀ ਕੀਤੇ ਹੋਏ ਨੇ, ਮੈਂ ਕੋਲ ਵੀ ਬੈਠਾ, ਮਹੀਨਾ ਨਾਲ ਵੀ ਰਿਹਾ, ਪਰ ਅੱਜ ਮੈਂ ਕਦੇ ਇਕੱਲਾ ਬੈਠ ਕੇ ਸੋਚਦਾ, ਰੱਬਾ ਉਹ ਦਿਨ ਨਹੀਂ ਆਉਂਦੇ ਹੁਣ ਵੀ ਉਹ ਜਿਹੜੇ ਸੰਤਾਂ ਦੀ ਸੰਗਤ ਕੀਤੀ ਸੀ, ਮੈਂ ਇੰਨੇ ਸਾਲ ਸੰਤਾਂ ਦੇ ਨਾਲ ਰਹੇ ਸੀ, ਪਤਾ ਨਹੀਂ ਕਿੰਨਾ ਮਹਾਂਪੁਰਖਾਂ ਦੀ ਮੈਂ ਇੱਕ ਦਿਨ ਬਹਿ ਕੇ ਗਿਣੇ ਵੀ ਸੀ, ਘੱਟ ਤੋਂ ਘੱਟ 25 ਤੋਂ ਲੈ ਕੇ 30 ਮਹਾਂਪੁਰਖ ਬ੍ਰਹਮ ਗਿਆਨੀ ਦੇ ਦਰਸ਼ਨ ਕੀਤੇ ਹੋਏ ਮੇਰੇ, ਬ੍ਰਹਮ ਗਿਆਨੀਆਂ ਦੇ। ਹੁਣ ਲੋਕ ਮੈਨੂੰ ਪੁੱਛਦੇ, ਕੋਈ ਬ੍ਰਹਮ ਗਿਆਨੀ ਦੱਸੋ ਕਿੱਥੇ ਕੋਈ ਰਹਿੰਦਾ? ਮੈਂ ਕਿਹਾ ਆਪ ਆਪਣੀ ਕਿਸਮਤ ਆ, ਹੁਣ ਬ੍ਰਹਮ ਗਿਆਨੀ ਰਹਿੰਦਾ ਵੀ ਹੋਊ ਤਾਂ ਮਿਲਣਾ ਨਹੀਂ ਤੁਹਾਨੂੰ, ਕਿ ਬ੍ਰਹਮ ਗਿਆਨੀ ਮਿਲਦਾ ਨਹੀਂ। ਉਹ ਕਿਉਂ ਨਹੀਂ ਮਿਲਦਾ ਜੀ? ਉਹ ਕਹਿੰਦੇ ਮੂਰਖਾਂ ਨਾਲ ਨਾ ਲੁੱਝੀਏ। ਇਹਦਾ ਕੀ ਪਤਾ ਕੀ ਕੁਐਸਚਨ ਕਰਦੇ ਆ ਕੇ ਨਵਾਂ ਹੀ। ਸਰਦਾ ਵਾਲੀ ਗੱਲ ਤਾਂ ਕਰਨੀ ਨਹੀਂ ਅੱਜ ਕੱਲ੍ਹ। ਇਸ ਕਰਕੇ ਹੈ ਕਿ ਉਹ ਸੁਲੱਖਣੀਆਂ ਘੜੀਆਂ ਜਦੋਂ ਸੰਤਾਂ ਦੇ ਨਾਲ ਸਾਡੀ ਜ਼ਿੰਦਗੀ ਗੁਜ਼ਰੀ, ਉਹ ਸਮਾਂ ਦੁਬਾਰਾ ਨਹੀਂ ਸਾਨੂੰ ਮਿਲਣਾ। ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ ਠੱਟੇ ਟਿੱਬਿਆਂ ਨਾਲ ਸੰਗਤ ਕੀਤੀ ਹੋਈ ਆ, ਜਿਹੜੇ ਉਹਨਾਂ ਨਾਲ ਰਹੇ ਹੋਏ ਨੇ, ਜਦੋਂ ਉਦੋਂ ਆਨੰਦ ਸੀ, ਉਹ ਆਨੰਦ ਅੱਜ ਕਿੱਥੇ ਆ? ਹੈ ਹੀ ਨਹੀਂ ਆਨੰਦ। ਜਿਹੜੇ 10ਵੇਂ ਪਾਤਸ਼ਾਹ ਦਾ ਗਏ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਆਨੰਦ ਹੁਣ ਹੈਗਾ? ਉਹ ਆਨੰਦ ਅੱਜ ਕਿੱਥੇ ਹੈ? ਮਹਾਰਾਜ ਰਣਜੀਤ ਸਿੰਘ ਨੇ ਕਿਹਾ ਸੀ, ਕੋਈ 10ਵੇਂ ਪਾਤਸ਼ਾਹ ਦਾ ਰਿਹਾ ਹੋਵੇ ਇਹੋ ਜਿਹਾ ਸਿੰਘ ਲੱਭੋ ਸਾਰੇ ਰਾਜ 'ਚ। ਇੱਕ ਫੌਜ ਲੱਭੀ ਸੀ, ਨਿੰਗ ਸਿੰਘ ਫੌਜ। ਉਹ ਕਹਿੰਦਾ ਮੈਂ ਅੰਤਮ ਦਿਨਾਂ 'ਚ ਗਿਆ ਸੀ, ਮਹਾਰਾਜ ਨੇ ਜਾਣਾ ਸੀ ਤੇ ਮੈਂ ਛੋਟਾ ਜਿਹਾ ਹੁੰਦਾ ਸੀ, ਕਹਿੰਦੇ ਬਖਸ਼ਿਸ਼ ਹੋ ਗਈ ਮੇਰੇ ਤੇ, ਕੁਦਰਤੀ ਆ ਬਸ। ਕਹਿੰਦੇ ਮੈਂ ਛੋਟੀ ਜਿਹੀ ਉਮਰ ਸੀ, 15-20 ਸਾਲ ਹੋਣੇ। ਕਹਿੰਦੇ 10ਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਚੜ੍ਹਨ ਲੱਗੇ ਤੇ ਉਹ ਘੋੜੇ ਵਾਲਾ ਕੁਛ ਪਤਾ ਨਹੀਂ ਕੀ ਲੈਣ ਗਿਆ ਅੰਦਰੋਂ, ਤੇ ਕਹਿੰਦੇ ਮਹਾਰਾਜ ਕਹਿੰਦੇ ਕਿੱਧਰ ਗਿਆ? ਕਹਿੰਦੇ ਰਕਾਬ ਐ ਫੜਨੀ ਹੁੰਦੀ ਆ, ਰਕਾਬ। ਸਤਿਗੁਰੂ ਫਿਰ ਉਹ 'ਚ ਚਰਨ ਪਾਉਂਦੇ ਨੇ, ਚੜ੍ਹ ਜਾਂਦੇ। ਕਹਿੰਦੇ ਮੈਂ ਭੱਜ ਕੇ ਜਾ ਕੇ ਆਪ ਹੀ ਰਕਾਬ ਫੜ ਲਈ। ਕਹਿੰਦੇ ਮਹਾਰਾਜ ਨੇ ਉਹਦੇ ਵਿੱਚ ਚਰਨ ਪਾਇਆ, ਚੜ੍ਹ ਕੇ ਕਹਿੰਦੇ ਮੇਰਾ ਹੱਥ ਨਾ ਮਾੜਾ ਟੱਚ ਹੋ ਗਿਆ ਚਰਨਾਂ ਨਾਲ। ਕਹਿੰਦੇ ਇੰਨੀ ਜ਼ੋਰ ਦੀ ਝਰਨਾਟਾ ਛੜਿਆ, ਕਹਿੰਦੇ ਸੁਰਤੀ ਨਾ ਰਹੀ ਮੈਨੂੰ, ਰੋਮ ਰੋਮ ਜਾਪ ਚੱਲ ਪਿਆ ਮੇਰੇ। ਉਹ ਵੀ ਤਾਂ ਹੈਗੇ ਹੀ ਆ। ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਤਖਤ ਤੋਂ ਕਿੰਨੇ ਉੱਚੇ ਬਿਠਾਏ, ਫੁੱਲਾਂ ਦੀ ਵਰਖਾ ਸਾਰੇ ਰਾਹ ਕਰਾਈ, ਪਾਲਕੀ 'ਚ ਮੰਗਵਾਏ, ਬੜਾ ਸਤਿਕਾਰ ਕੀਤਾ ਸੀ ਉਹਨਾਂ ਦਾ। ਅੱਜ ਵੀ ਸਭ ਕੁਛ ਹੈ, ਅੱਜ ਵੀ ਉਵੇਂ ਹੀ ਆ।
पर अज उन्नी भावना वाला कोई मिलता नहीं। जिन्ना तुसीं कहते दर्शन अज तो संतां नाल संत जरनैल सिंह जदों भी मिलना इहदा घुट के संत करतार सिंह नाल ला लेना आपदे। पर जदों जिहड़ी वो झरनाड़ छिड़दी सी ना, जिहड़ा रोम रोम खड़ा हुंदा सी, जिहड़ा करंट वजदा सी, वो जिहड़ी चीज़ सी वो कित्थों लओगे हुण तुसीं? हाँ तो फोटो रह गई कली इन्हां दी। इस करके हुण मैनूं सारे पुछदे भी कोई संत कोई महात्मा, मैं कहा देखो गल ये है, सच्ची सच्ची दसदा तुहानूं, जिन्ने भी संत सी ना, जिन्ने भी गुरमुख सी, जिन्ने ब्रह्म ज्ञानी सी, वो शब्द रूप होकर गुरु ग्रंथ साहिब दे विच समाए हुए हैं। तुसीं अज गुरु ग्रंथ साहिब की सेवा कर लो, बस सारे ये विच ही ने। जे कोई कहे मैं संत जरनैल सिंह दर्शन करने हैं, वो भी गुरु ग्रंथ साहिब के विच ही ने। संत करतार सिंह सारे महापुरुष। मैनूं ये तजर्बे की गल दसदा, ये एक जर्मन बीबी का फोन है, जर्मन तो बड़े सालों की गल है। कहनी मैं रोज़ गुरुद्वारे जाके दोपहरे वेहली होकर बह जाना, जपजी साहब करने, चौर साहब करीना, फिर कदे सामने बह के आखना भी ये बाबा जरनैल सिंह जी दर्शन दो। कहने एक दिन संत आए, आके चौर करे गए, नाले हसी गए, बोले कुछ नहीं, कहते इदा ही समा गए महाराज विच ही। पर वो देखो, मैं कहा तू दर्शन मंगे, कहते मैंने बचन नहीं किया कोई। मैं कहा तू मंगया? जिवें पटियाले एक ग्रंथी सिंह 101 चौपी साहब करता है रोज़ रात में बैठ के, और अरदास की भी 40 दिन करूँगा, 10वें पातशाह मैंने दर्शन बख्श। कहना 40वें दिन रात में महाराज सच्चे पातशाह घोड़े ते आए, खड़े रहे, हसते रहे, ऐदा भी किया, फिर इस तरह घोड़ा वापस चला, नाले रोवे तो नाले आखे बचन नहीं किया कोई। मैं कहा तू अरदास पहला कहा सी, किन्नी अरदास की सी? कहना मैं दर्शना दी। मैं दर्शन हो गए ना, तो ये तो नहीं कहा मेरे नाल बचन करो। मैं कोई नहीं, जे हुण आ गए अगली अरदास तू ऐ करी कि महाराज जी मैं हूँ 150 चौपी साहब करूँगा और मैनू बचन भी करके जाओ। बाबा हरनाम सिंह रामपुर खेड़े वाले नाल भी यही होया, आके खड़े रहे, दर्शन भी होए, खेतों तुरे जांदियां नूं 5 प्यारे भी आए नाल, बेहोश होकर बाबा जी डिग पई, महाराज गए। अखां खोलियां तो आसमान विचों आवाज़ आई, हरनाम सिंह जे साडे नाल बचन करने आ तो जाप साहब का पाठ करया कर, तू 4 बाणियां ही पढ़ना भाई, जे 4 बाणियां पढ़ेगा फिर नहीं दर्शन ने। मैं जाप साहब तो खुश, ये अकाल की उस्तत है जाप साहब। इस करके साध संगत मेरी सब नूं यही बेनती आ, गुरुद्वारे तो तुसीं चलो की बनाने हैं, इन्नी तो हिम्मत नहीं है, अपनी रोटी मसा चलती है घर च, सिर्फ झाड़ू दे दिया करो, इत्थे भांडे मांज दिया करो, ते नितनेम ਵਧਾਓ अपना, संथ्या जरूर करया करो। 5 बाणियां रह रास कीर्तन सोले नूं असीं नितनेम नहीं गिणदे। ये तो गड्डी का वो तेल है, जो गड्डियां रैड लाइट से आउंदे कहते 5 लीटर बाकी रह गया, ये तो थल्ले वाला तेल है। 5 बाणियां रह रास कीर्तन सोला, मैं तो इदू उत्ते की गल करदे, उत्ते कितना टप्पियों होर 25 जपजी साहब कर लो, 50 कर लो, तो मूल मंत्र दियां 32 माला रोज़ कर लो, 5 ग्रंथी रोज़ कर लो, सहज पाठ का भोग पाओ हफ्ते बाद, फिर कुछ मंगो, फिर कुछ मिलूगा भी। बहुत बहुत मेहनत करनी पैंदी है इन सारिया चीज़ों वास्ते। इस करके सारी संगत मेहनत करो, टाइम खराब ना करो, गल्लां में टाइम ना खराब करो। देण नूं तां की सी, महाराज सारा कुछ दे सकते सी, जो मांगा ठाकुर अपने ते सोई सोई देवे। देण नूं तां
ਹੁਣ ਲੈ ਲਓ ਸਾरा कुछ। पर मैनू ये दसो भी गुरु ग्रंथ साहिब के कोल तो नहीं बैठा कोई मंगना, वो तो उत्थे बैठे ने, वो दिल्ली तो उरले पासे सारे जाने। तो किधर नूं कीता? दरबार साहब वाल पिठ कीती हुई है, तख्तां वाल पिठ उधर नूं कीता। उधार मंगण आउंदे। जदों कोई भी वड्डा बनता है किते भी, कहते फलाना वड्डा बन गया सी ते हरमंदर साहब मत्था टेकण आया सी, वो आशीर्वाद लैना मेरा राज चल जे 5 साल। तो तुसीं किहदे कोल जांदे हो? जिवें मैं समाप्ति करदा हुण, बस मैनूं इन्ना की सी भी 3 बजे तक चलो लावांगे टाइम। कोई राजा सीगा, वो जंगल च इकल्ला रह गया, फौज किते इधर चली गई, राजे नूं प्यास लगी, लभदा लभदा जंगल च किनारे च एक झोंपड़ी, उत्थे खेत सी, जिमीदार हल वाह रहा, उधर झोंपड़ी चला गया, कहना बहुत प्यास लगी है। जिमीदार ने पछाणिया नहीं उन्होंने, पर पानी पियाता घड़े चों, 2-4 गिलास पी के कहता छांप है, ये शाही छांप है, ये कोल रख, कदे तेन लोड़ पई महलों च आई मेरे छांप दिखा दी, तेन कोई रोकूगा नहीं। उन्हें अपने लड़के की शादी करनी सी, जिमीदार ने जब ऐ दिखाई छांप, वो कहते शाही बंदा ही लगता, कोई छाप तो सारे को नहीं होंगी। तो उधर गया तो राजा मुसलमान सी, राजा इस तरह इबादत कर रहा सी, टाइम सी नमाज का, उत्ते खड़ा, थले पहरेदार नूं जट ने पूछया ये की तो मंगदा, इदां करी जांदा। वो कहना ये खुदा से मांग रहा। कहना अच्छा ये तो भी बड़ा है कोई? कहना हाँ। कहना फिर ये नंग मलंग तो की मंगना, फिर मैं भी खुदा तो ही मंगू। वो रब तो मंगो। रब कहना सब निधान 10 अष्ट सिद्धांत ठाकुर कार ताल भरिया। महाराज कह मैं तली तो लैके बैठा सारे सिखां लई सारा कुछ, सिखो लै लो। कहनी तेथों नहीं लैना, असी तो उत्थों लवांगे, उत्थों लवांगे, लै लो। मिलना मुलना कख नहीं, थोड़े पहले कपड़े भी ला के धो देना अगले ने, कख नहीं मिलना कितों, कोई आस न रखियो। जलील होके आओगे, बेइज्जतियां कराओगे, कोई फायदा? जिहड़ा 9 गुरु गरीब नवाज आ उही नवाजूगा तुहानूं। इन्हीं ही को मैं सरदार बनाऊं, बस सरदार तो नहीं बनाना। आप एक भरोसा रखो, बड़ा सारा भरोसा रखो। जदों 10वें पातशाह ने श्री चमकौर की जंग में श्री चमकौर साहब कहा सी 40 ਸਿੰਘਾਂ ਨੂੰ, मैं खालसा जी खुश हाँ तुसीं उत्थों पास होए हो, बाकी बदावा दे के चले गए आ, औरंगजेब की फौज वाले दूर आ, जिन्हें जाना जा सकता पूरी खुशी नाल तोड़ांगा। धरती का राज लेना ले लो, स्वर्गां का राज लेना ले लो, 4 युग लंबी उम्र करनी कर लो, जो लेना ले लो, जाना जाओ, मेरी नाराजगी नहीं है। 40 ਦੇ 40 ਇੱਕੋ ਜ਼ਬਾਨ ਚ बोले ब्रह्म ज्ञानी महापुरुष सारे। कहने महाराज जिद्दन घरों तुरे सी ना, ये कहा सी पर ने कीता सी श्री अनंदपुर साहब भी पातशाह जिउना भी तेरे चरनां च ते मरना भी तेरे चरनां च है, असीं नहीं तैनूं छड्ड के जाना। जिन्हों ने गुरु ग्रंथ साहिब के अगे सौं खा ली ने तेरे चरणों च लेना सारा कुछ, तेरे इत्थे ही मरांगे, इत्थे ही जावांगे। सतगुरु कहते मेरा आ जा भी ले जा। जो गुरु ग्रंथ साहिब तो मंगणों हट गए, आप बेभरोसियां करतियां, बस ये इत्थे आके मार खाधी आपां ने। नितनेम वधा लो अपना, शुरू च औखा लगदा। जब मैनू संतां ने पहली बार श्री हजूर साहब 74 सन की गल है, कहने 100 जपजी साहब रोज़ कर लेंगे। मैं तो औखा बहुत है, 100 जपजी साहब मैं तो कभी किया ही नहीं। मैं संत करतार सिंह जी खालसा नूं मैं क्या, मैं 51 जपजी साहब 5 ग्रंथी कर लूँगा रोज़। कहने बाकी भी तो 100 करनगे ही, आ देख 8-9 जाने खड़े हो गए। मैं जी मैं 51। कहने तू रोटी नहीं खाता?
फिर नीवी पवाती मेरी, फिर मैं संत जरनैल सिंह जी वाले इशारा किया की करा, मैंने कह दे मैं कर लूँगा, नहीं तेन लै जाएंगे नाल ही, असीं आपां इकट्ठे रहांगे उरे। मैं भी हाँ करती फिर 100 जपजी साहब नूं, और मेरा साह चुक्या आया सी। 100 जपजी साहब कभी जिंदगी कीता ही नहीं, पर एड्डी किरपा रही। 2 वजे सवेरे लगना, 19 घंटे च हुंदा सी पहले दिन। 10 दिन तो रहा तंग मैं, हौली हौली ऐसी सैटिंग है कि 40वें दिन मेरा 5 मिनट जपजी साहब हो जाते, 8 घंटे में विहला हो जाता 100 पाठ करके। बाद सुखमनी साहब एक पाठ भी कर दिंदा है। ये पहला पहला औखा लगता होंगे। हुण तुसीं शहर के एक बंदे लिया के जिमीदार आखो चक भी कमैन चला, हल तो हुण खत्म हो गए, जे हल चलाउणा पै जे फिर तो मैं कहना उही जान निकल जे बंदे की। कहना तू किहड़ा हल वाया, वो जपजी साहब का हल तो भी औखा वैसे, पर तुसीं जपजी साहब के पाठ करो, ਵੱਧ ਤੋਂ ਵੱਧ जिन्ने भी हो सके बाणी पढ़ो, सतगुरु किरपा करन, समाप्ति करिए। वाहिगुरु मंत्र का अभ्यास 2 मिनट कर लो, जी आप सारी दुनिया में एक लै हैगी आ, सारी दुनिया ही करदी सिमरन, सारी दुनिया करदी है, सारे लोग जपते ने। मूल जिहड़ी चीज़ आ वो ये आ बस वाहिगुरु मंत्र, वाहे नाम उस चर्ज का, गो नाम अज्ञान के नेरे का, ਉਹਨੂੰ ਕੱਟ के जो करता है रूह का अर्थ है प्रकाश। अचरज है जो ज्ञान के नेरे ਨੂੰ मेट के करता है प्रकाश। अचरज है जो ज्ञान के नेरे ਨੂੰ मेट के करता है प्रकाश। ਇਹਨੂੰ ਕਹਿੰਦੇ वाहिगुरु। वाहिगुरु का अर्थ ही यह है। अचरज है जो ज्ञान के नेरे ਨੂੰ मेट के करता है प्रकाश। चाहे यही बोली जाओ, ये भी वाहिगुरु ही है, पर यह वाहिगुरु का मतलब यही आ कि वो चरज है अज्ञान के नेरे ਨੂੰ मेट के करता है प्रकाश। जो प्रकाश हो गया सब कुछ हो गया। चलो बाकी तो तुसीं कथा सुन लो, जी भरी हुई है, रिकॉर्डिंग की हुई है। ऑफिशियल ज्ञानी ठाकुर सिंह एक ये साडा चैनल है, बाकी भी संगतां कर रही हैं, गुरमत TV भी है, यूट्यूब पर कई उदा ही शोशे छड्डदे मेरे नाम से भी जे आ काम ना बनया मैनू फड़ लो आके। मैं कहा ऐ काहनूं लिख देंदे हो, ते मैं तो हूँ कथा च कह दिंदा ना, तो वो नाल हो शोशे छड्ड दिंदे, उन्हां तो थोड़ा सावधान रहा करो। उन्होंने मैं कहना भी ज़्यादा ना मैनूं पुछ के लिखिया करो, जो लिखना वो ही कुछ लिख देणगे। वो गल गुरमत तो भी उल्ट चली जाती कई बार। इस करके सारी संगत मूल मंत्र जितना हो सके एक बस होर कुछ ना करो, नितनेम जरूर करना। मूल मंत्र, गुर मंत्र, ब्रह्म कवच कर लो, शस्त्र नाम माला कर लो, चौपड़ी साहब के पाठ कर लो, सहज पाठ कर लो, कुछ भी। कई कहेंगे फलाने काम लिए शब्द दो, मैं कहा फलाने काम लिए शब्द नहीं हुंदा। तुसीं कोई भी बाणी पढ़ के कोई जेड़ा फुरना करोगे बाणी ने वही पूरा कर देना। तुसीं ये ना कहो कि फलाने काम लिए शब्द, बाणी तो सर्व इच्छा पूर्वक है। कोई भी शब्द पढ़ लो, जेड़ी थोड़ी अंदरली भावना होगी वही पूरी हो जाएगी। आओ सारे वाहिगुरु कहो, हुण भी कर लो फुरना, हुण भी अब सिमरन करना है, हुण इच्छा कर लो भी मैनू आह दे दो। वो कहते ये ले ला भाई, मैं किहड़ा ना करदा तैनूं। दुकानदार नूं तां पैसे चाहिए, तुसीं किसी दुकानदार नूं 1 लाख रुपये दे के कहो मैनूं तां ओह दे दो, कहा सरदार जी जो मर्जी लो या लाख रुपये ही देता मैनूं। जब तुसीं शब्द ही पढ़ लिया, वाहिगुरु कहता, जो मर्जी मंग लो रब तो ਉਹੀ दे देना उन्हें, फिर सारे फुरने पूरे करूगा वो। आओ प्यार सत्कार नाल 4 वारी दास पहला बोलेगा, 4 वारी तुसीं पिछे उही तुसीं बोल देना, बस रंग बच जाना फिर अपना। वाहेगुरु 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 धन वाहेगुरु 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 वाहेगुरु
ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਇਸ ਗੱਲ ਦੇ ਉੱਤੇ ਧਿਆਨ ਦਿਓ ਕਿ ਮੈਂ ਵਾਹਿਗੁਰੂ ਕਹਿ ਰਿਹਾ ਅਚਰਜ ਹੈ। ਅੰਦਰ ਅੰਦਰ ਵਿਚਾਰ ਕਰੋ, ਜੇ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਮੇਰੇ ਅੰਦਰ ਕਰੇਗਾ ਪ੍ਰਕਾਸ਼, ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਮੇਰੇ ਅੰਦਰ ਕਰੇਗਾ ਪ੍ਰਕਾਸ਼। ਇਹ ਵਾਹਿਗੁਰੂ ਦਾ ਮਤਲਬ ਇਹ ਆ, ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ। ਜਦੋਂ ਆਪਾਂ ਕਰੀ ਜਾਵਾਂਗੇ ਕਈ ਮਹੀਨਿਆਂ ਤੱਕ ਕਰੀ ਜਾਵਾਂਗੇ ਤਾਂ ਪ੍ਰਕਾਸ਼ ਆਪੇ ਹੋ ਜੂ ਅੰਦਰ, ਫਿਰ ਪ੍ਰਕਾਸ਼ ਹੋ ਜੂਗਾ ਅੰਦਰ। ਬਸ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪਿਆਰ ਸਤਿਕਾਰ ਸਹਿਤ ਸ਼ਰਵਣ ਕੀਤਾ। ਬਾਕੀ ਤਾਂ ਸਾਰੇ ਗੁਰਪੁਰਬ ਤੁਸੀਂ ਇੱਥੇ ਪਿੰਡਾਂ 'ਚ ਗੁਰਪੁਰਬ ਮਨਾ ਲੈਂਦੇ ਹੋ। ਇੱਕ ਗੁਰਪੁਰਬ ਹੈ, ਇੱਕ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਵੀ ਮਨਾਉਂਦੇ ਸਾਰੇ, ਪਰ ਅਸੀਂ 4 ਸਾਹਿਬਜ਼ਾਦਿਆਂ ਦੇ ਜਨਮ ਦਿਨ ਸ਼ੁਰੂ ਕੀਤੇ ਮਨਾਉਣੇ। ਚਮਕੌਰ ਸਾਹਿਬ ਵੱਡਿਆਂ ਦੇ ਉਹ ਤਾਂ ਲੰਘ ਚੁੱਕੇ ਆ। 14 ਦਸੰਬਰ ਦਾ ਦਿਨ ਹੈ। 14 ਦਸੰਬਰ ਨੂੰ ਮਾਤਾ ਗੁਜਰ ਕੌਰ ਜੀ ਸਮੇਤ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਦਾ ਜਨਮ ਦਿਨ ਅਸੀਂ ਮਨਾਉਂਦੇ ਹਾਂ। ਡੈਕੋਰੇਸ਼ਨ ਬਹੁਤ ਸੋਹਣੀ ਹੁੰਦੀ, ਲੰਗਰ ਬਹੁਤ ਹੁੰਦੇ ਨੇ। ਉਹ ਦਿਨ ਹਾਜ਼ਰੀ ਜੇ ਭਰ ਹੋਵੇ ਤਾਂ ਜ਼ਰੂਰ ਆਇਓ। 14 ਦਸੰਬਰ ਸ੍ਰੀ ਫਤਿਹਗੜ੍ਹ ਸਾਹਿਬ ਮੇਨ ਸਥਾਨ, ਹਾਜ਼ਰੀ ਭਰ ਲਿਓ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਬੇਅਦਬੀ ਮਾਫੀ ਬਖਸ਼ਣੀ। ਬਹੁਤ ਮਹਾਂਪੁਰਖਾਂ ਦਾ ਸਥਾਨ ਹੋਣ ਕਰਕੇ ਬਹੁਤ ਰਸ ਆਇਆ। ਸਭ ਨੂੰ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।